ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੀਅਹੁ ਮੈਲੇ ਬਾਰਹੁ ਨਿਰਮਲ, ਬਾਰਹੁ ਨਿਰਮਲ ਜੀਅਹੁ ਤਾਂ ਮੈਲੇ। ਤਿੰਨੀ ਜਨਮ ਜੂਐ ਹਾਰਿਆ, ਜੀਅਹੁ ਮੈਲੇ ਬਾਰਹੁ ਨਿਰਮਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੋਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੀਅਹੁ ਮੈਲੇ ਬਾਰਹੁ ਨਿਰਮਲ। ਸ੍ਰੀ ਆਨੰਦ ਸਾਹਿਬ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ, ਜਿਸ ਦੀ ਅੱਜ 19ਵੀਂ ਪੌੜੀ ਪ੍ਰਾਰੰਭ ਹੋ ਰਹੀ ਹੈ। ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ, ਜੀਅਹੁ ਮੈਲੇ। ਜਿਹੜੇ ਪੁਰਖ ਹਿਰਦੇ ਅੰਦਰੋਂ ਕਾਮ ਕ੍ਰੋਧ ਆਦਿਕ ਵਿਕਾਰਾਂ ਕਰਕੇ ਮਲੀਨ ਹਨ ਅਤੇ ਬਾਹਰੋਂ ਨਿਰਮਲ, ਬਾਹਰੋਂ ਸੁੰਦਰ ਬਸਤਰ ਪਹਿਨ ਕੇ ਦਿਖਾਵੇ ਮਾਤਰ ਚੰਗੇ ਕਰਮ ਕਰਨੇ ਕਰਕੇ ਸ਼ੁੱਧ ਉਜਲ ਜੀਵਨ ਵਾਲੇ ਦਿਸਦੇ ਹਨ। ਜਿਵੇਂ ਸੱਜਣ ਠੱਗ ਸੀਗਾ ਜੋ ਤਲੰਬੇ ਸ਼ਹਿਰ ਦਾ ਵਾਸੀ ਸੀ। ਜਿਸ ਵਕਤ ਭਾਈ ਮਰਦਾਨਾ ਜੀ ਜੋਤੀ ਜੋਤ ਸਮਾ ਗਏ ਤਾਂ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਰਾਏ ਭੋਜ ਦੀ ਤਲਵੰਡੀ ਵਿੱਚ ਉਹਨਾਂ ਦੇ ਘਰ ਸੁਨੇਹਾ ਦੇਣ ਗਏ ਕਿ ਤੁਹਾਡੇ ਬਜ਼ੁਰਗ ਭਾਈ ਮਰਦਾਨਾ ਜੀ ਚੜ੍ਹਾਈ ਕਰ ਗਏ ਨੇ। ਉਹਨਾਂ ਦੇ ਵੱਡੇ ਪੁੱਤਰ ਸਜਾਦੇ ਨੂੰ ਗੁਰੂ ਸਾਹਿਬ ਨੇ ਨਾਲ ਲਿਆ ਕਿ ਚੱਲ ਤੈਨੂੰ ਉਸ ਦੀ ਗੱਦੀ ਦਾ ਵਾਰਸ ਬਣਾਈਏ, ਉਸ ਅਸਥਾਨ ਦੇ ਤੈਨੂੰ ਸਥਾਪਨ ਕਰੀਏ। ਸਜਾਦੇ ਨੂੰ ਨਾਲ ਲਿਜਾ ਰਹੇ ਸੀ। ਤਲੰਬੇ ਸ਼ਹਿਰ 'ਚ ਉਹਨੂੰ ਪਾਣੀ ਦੀ ਪਿਆਸ ਲੱਗੀ, ਕੁਝ ਖਾਣ ਨੂੰ ਮਨ ਕੀਤਾ ਅਤੇ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਉਹ ਸੱਜਣ ਠੱਗ ਦੀ ਧਰਮਸ਼ਾਲਾ ਵਿੱਚ ਚਲਾ ਗਿਆ, ਜਿਸ ਨੇ ਇੱਕ ਮੰਦਰ ਵੀ ਬਣਾਇਆ ਹੋਇਆ ਸੀ। ਚਿੱਟਾ ਕੁੜਤਾ, ਚਿੱਟੀ ਧੋਤੀ ਅਤੇ ਸੋਹਣੀ ਬੋਦੀ, ਤਿਲਕ ਲਾਏ ਹੋਏ ਸਨ। ਪੰਡਤਾਂ ਵਾਲਾ ਲਿਬਾਸ ਬਣਾਇਆ ਹੋਇਆ ਸੀ ਤਾਂ ਕਿ ਕੋਈ ਹਿੰਦੂ ਆਵੇ ਉਹ ਭੁਲੇਖੇ ਵਿੱਚ ਪੈ ਕੇ ਧਰਮ ਦੀ ਆੜ ਹੇਠ ਇਹ ਠੱਗੀਆਂ ਮਾਰਦਾ ਉਹਨਾਂ ਨੂੰ ਲੁੱਟ ਲੈਂਦਾ ਸੀ। ਮੁਸਲਮਾਨਾਂ ਲਈ ਮਸਜਿਦ ਬਣਾਈ ਹੋਈ ਸੀ ਕਿ ਮੁਸਲਮਾਨ ਵੀ ਆਉਣ, ਇੱਥੇ ਰਹਿ ਜਾਣ। ਧਰਮਸ਼ਾਲਾ ਬਣਾ ਕੇ ਰਾਤ ਰੱਖ ਕੇ ਰਾਤ ਨੂੰ ਲੁੱਟ ਕੇ ਉਹਨਾਂ ਨੂੰ ਮਾਰ ਮੁਕਾਉਂਦਾ ਸੀ। ਜਦ ਸਜਾਦੇ ਨੇ ਜਾ ਕੇ ਸੱਜਣ ਠੱਗ ਦੇ ਪਾਸੋਂ
ਜਲ ਪਾਣੀ ਖਾਣ ਪੀਣ ਦੀ ਡਿਮਾਂਡ ਕੀਤੀ ਤਾਂ ਉਹਨੇ ਇੱਕ ਕਮਰੇ ਵਿੱਚ ਲਿਜਾ ਕੇ ਉਹਦੇ ਕੱਪੜੇ ਲਵਾ ਕੇ ਉਹਨੂੰ ਪੁੱਠਾ ਟੰਗ ਦਿੱਤਾ। ਬੜੇ ਉਹਨੇ ਤਰਲੇ ਮਿੰਨਤਾਂ ਕੀਤੀਆਂ, ਪਰ ਸੱਜਣ ਠੱਗ ਦੇ ਮਨ ਵਿੱਚ ਤਰਸ ਨਾ ਆਇਆ, ਕਿਉਂਕਿ ਉਹਦਾ ਰੋਜ਼ ਦਾ ਕੰਮ ਸੀ। ਕੁਝ ਸਮੇਂ ਬਾਅਦ ਸਤਿਗੁਰੂ ਨਾਨਕ ਦੇਵ ਮਹਾਰਾਜ ਉਡੀਕ ਕੇ ਇਹਦੀ ਧਰਮਸ਼ਾਲਾ ਅੰਦਰ ਇਹਨੂੰ ਪੁੱਛਣ ਆਏ। ਕਹਿਣ ਲੱਗਾ, ਜੀ ਮੈਨੂੰ ਕੁਝ ਪਤਾ ਨਹੀਂ। ਮਹਾਰਾਜ ਕਹਿੰਦੇ, ਸਾਡਾ ਬੰਦਾ ਇੱਥੇ ਤੇਰੇ ਕੋਲ ਹੀ ਆਇਆ ਹੈ। ਕਹਿੰਦਾ, ਜੀ ਮੈਨੂੰ ਕੀ ਪਤਾ, ਹੋਵੇਗਾ ਤਾਂ ਇੱਥੇ ਹੋਵੇਗਾ, ਤੁਸੀਂ ਵੇਖ ਲਓ। ਮਹਾਰਾਜ ਕਹਿੰਦੇ, ਤੂੰ ਉਹਨੂੰ ਲੁਕਾਇਆ ਹੋਇਆ ਹੈ। ਆਖਰੇ ਨਹੀਂ ਮੰਨਿਆ ਤਾਂ ਗੁਰੂ ਸਾਹਿਬ ਨੇ ਆਖਿਆ, ਚਲੋ ਭਾਈ ਬਾਲਾ ਜੀ ਉਹ ਕਮਰੇ 'ਚ ਦੇਖਦੇ ਹਾਂ। ਜਦ ਕਮਰੇ ਅੰਦਰ ਦੇਖਿਆ, ਉਹਦੇ ਸਾਰੇ ਕੱਪੜੇ ਉਤਾਰੇ ਹੋਏ ਸਜਾਦੇ ਦੇ। ਉਹ ਵਿਚਾਰਾ ਰੋ ਰਿਹਾ ਹੈ। ਕਹਿਣ ਲੱਗਾ, ਮਹਾਰਾਜ ਕਿੱਥੇ, ਮੈਨੂੰ ਤੁਸੀਂ ਦੱਸਿਆ ਨਹੀਂ ਜੀ। ਇਹਦੇ ਮੈਂ ਕਾਬੂ ਆ ਗਿਆ, ਮੈਨੇ ਬੜਾ ਦੁਖੀ ਕੀਤਾ ਇਹਨੇ। ਵੇਖੋ ਮੇਰੇ ਬਸਤਰ ਉਤਾਰ ਦਿੱਤੇ, ਖਾਣ ਪੀਣ ਨੂੰ ਤਾਂ ਕੀ ਦੇਣਾ ਸੀ। ਕਿਰਪਾ ਕਰਕੇ ਮੈਨੂੰ ਛਡਾਓ ਜੀ, ਮੈਨੂੰ ਪੁੱਠਾ ਲਟਕਾਇਆ ਹੋਇਆ। ਗੁਰੂ ਸਾਹਿਬ ਨੇ ਭਾਈ ਬਾਲਾ ਜੀ ਨੂੰ ਕਹਿ ਕੇ ਹੇਠਾਂ ਉਤਾਰ ਕੇ ਉਹਦੇ ਬਸਤਰ ਪਹਿਨਾਏ। ਆਖਿਆ, ਸੱਜਣਾ ਤੂੰ ਸੱਜਣਾ ਵਾਲਾ ਲਿਬਾਸ ਪਾ ਕੇ ਠੱਗੀਆਂ ਮਾਰਦਾ। ਗੁਰੂ ਸਾਹਿਬ ਨੇ ਇਹਨੂੰ ਸਿੱਖਿਆ ਦੇਣ ਲਈ ਸ਼ਬਦ ਉਚਾਰਿਆ। ਸੂਹੀ ਮਹੱਲਾ ਪਹਿਲਾ। ਉੱਜਲ ਕਹਿ ਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨ ਉਤਰੈ, ਜੇ ਸੋ ਧੂਵਾਂ ਤਿਸ। ਕਹਿਣ ਦਾ ਭਾਂਡਾ ਵੀ ਵੇਖਣ ਨੂੰ ਬੜਾ ਚਿਲਕਣਾ ਹੁੰਦਾ, ਬੜਾ ਲਿਸ਼ਕਣਾ ਹੁੰਦਾ, ਬੜਾ ਉਜਲ ਜਾਪਦਾ ਹੈ, ਪਰ ਜਦ ਉਹਨੂੰ ਘਸਾਈਏ ਤਾਂ ਉਹਦੇ ਵਿੱਚੋਂ ਕਾਲੀ ਕਾਲਖ ਨਿਕਲਦੀ ਹੈ। ਕਹਿਣ ਦਾ ਭਾਂਡਾ ਹੱਥ ਕਾਲੇ ਕਰ ਦਿੰਦਾ ਹੈ। ਧੋਤੀਆਂ ਝੂਠ ਨਾ ਉਤਰੈ, ਜੇ ਸੋ ਧੋਵਾਂ ਤੇ ਇਸ ਲੱਖਾਂ ਵਾਰ ਭਾਵੇਂ ਉਸ ਨੂੰ ਮਾਂਜੀਏ ਧੋਈਏ, ਉਹਦੀ ਝੂਠ ਨਹੀਂ ਉਤਰਦੀ। ਹੱਥ ਕਾਲੇ ਕਰੇਗਾ ਹੀ ਕਰੇਗਾ। ਇਸ ਤਰ੍ਹਾਂ ਦਾ ਇਹ ਭਾਂਡਾ ਹੈ, ਕਹਿਣ ਦਾ ਭਾਂਡਾ। ਇਸ ਤਰ੍ਹਾਂ ਹੀ ਸੱਜਣਾ, ਤੂੰ ਉੱਥੋਂ ਦਾ ਚਿੱਟੇ ਕੱਪੜੇ ਪਾਏ ਹੋਏ ਹਨ ਤੇ ਬੜਾ ਲਿਸ਼ਕਵਾਂ ਪੁਸ਼ਕਵਾਂ ਲਿਬਾਸ ਬਣਾਇਆ ਹੋਇਆ ਹੈ ਤੂੰ ਕਹਿਣ ਦੇ ਭਾਂਡੇ ਦੀ ਤਰ੍ਹਾਂ ਪਾਪਾਂ ਦੀ ਮੈਲ ਨਾਲ ਕਾਲਾ ਹੋਇਆ ਪਿਆ। ਉਜਲ ਕਹਿ ਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੋ ਧੂਵਾਂ ਤਿਸ। ਸੱਜਣ ਸੇਈ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੇ ਲਿਖਾ ਮੰਗੀਐ ਤਿੱਥੇ ਖੜੇ ਦਸਨ। ਇਸੇ ਸ਼ਬਦ ਵਿੱਚ ਹੀ ਮਨ ਕਾ ਚਿੱਟੇ ਜਿਨ ਕੇ ਕੱਪੜੇ, ਮੈਲੇ ਚਿਤ ਕਠੋਰ ਸੀਓ, ਤਿਨ ਮੁਖ ਨਾਮ ਨ ਉਪਜੈ, ਸੇ ਪਸੂਆ ਸੇ ਢੋਰ ਜੀਓ। ਕੱਪੜੇ ਤਾਂ ਜਿਨ੍ਹਾਂ ਦੇ ਚਿੱਟੇ ਨੇ, ਪਰ ਅੰਦਰੋਂ ਮਨ ਉਹਨਾਂ ਦਾ ਮੈਲਾ ਹੈ। ਵਾਹਿਗੁਰੂ ਜੀ ਦਾ ਨਾਮ ਉਹਨਾਂ ਦੀ ਮੁਖ ਉੱਪਰ ਨਹੀਂ ਆਉਂਦਾ, ਜੇ ਆਉਂਦਾ ਤਾਂ ਠੱਗੀ ਵਾਸਦੇ, ਉਹਨਾਂ ਦੇ ਹਿਰਦੇ ਵਿੱਚ ਨਹੀਂ ਵਸਦਾ, ਕਿਉਂਕਿ ਚਿੱਤ ਉਹਨਾਂ ਦੇ ਮੈਲੇ ਹਨ। ਉਹ ਪਸ਼ੂ ਢੋਰ ਪਸ਼ੂ ਦੀ ਤਰ੍ਹਾਂ ਹਨ। ਕਬੀਰ ਸਾਹਿਬ ਜੀ ਨੇ ਵੀ ਕਾਂਸ਼ੀ ਦੇ ਪੰਡਤਾਂ ਬਾਬਤ ਇਹ ਬਚਨ ਉਚਾਰਿਆ। ਕਹਿੰਦੇ, ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ, ਗਲੀ ਜਨਾ ਜਪ ਮਾਲੀਆਂ, ਲੁੱਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨ ਆਖੀਐ, ਬਾਨਾਰਸ ਕੇ ਠੱਗ, ਐਸੇ ਸੰਤ ਨ ਮੋਕੋ ਭਾਵੈ, ਡਾਲਾ ਸਿਉ ਪੇਡਾ ਗੜਕਾਵੈ। ਰਹਾਉ
ਬਾਸਨ ਮਾਨ ਚੜਾਵੇ ਉਪਰ, ਕਾਠੀ ਧੋਏ ਜਲਾਵੇ। ਬਸਦਾ ਖੋਦ ਕਰਹਿ ਦੋਇ ਚੂਲੇ, ਸਾਰੇ ਮਾਨਸ ਖਾਵੇ। ਤੇ ਉਹ ਪਾਪ ਕਰੇ ਫਿਰੇ ਅਪਰਾਧੀ, ਮੁਖੋਂ ਪਰਸ ਕਹਾਵੇ। ਮੁਖੋਂ ਕਹਿੰਦੇ ਵੀ ਅਸੀਂ ਅਪਰਸ ਹਾਂ, ਅਸੀਂ ਕਿਸੇ ਨੂੰ ਛੂੰਹਦੇ ਨਹੀਂ। ਮਿੱਟੀ ਪੁੱਟ ਕੇ ਹੇਠਾਂ ਡੂੰਘਾ ਟੋਆ ਪੁੱਟ ਕੇ ਚੁੱਲ੍ਹਾ ਬਣਾ ਕੇ ਲੱਕੜਾਂ ਵੀ ਧੋ ਕੇ ਜਲਾਉਂਦੇ ਨੇ, ਪਰ ਰਾਤ ਨੂੰ ਸਾਰੇ ਦੇ ਸਾਰੇ ਬੰਦੇ ਹੀ ਖਾ ਜਾਂਦੇ। ਡਕਾਰ ਵੀ ਨਹੀਂ ਮਾਰਦੇ, ਹਜ਼ਮ ਕਰ ਜਾਂਦੇ, ਭਾਵ ਕਿ ਚੋਰੀਆਂ ਕਰਦੇ, ਯਾਰੀਆਂ ਕਰਦੇ, ਪਰਾਇਆ ਧਨ ਭੋਗਦੇ, ਪਰਾਏ ਧਨ ਦੀ ਸੰਗਤ ਕਰਦੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਜਿਹੜੇ ਪੁਰਖ ਹਿਰਦੇ ਦੇ ਅੰਦਰੋਂ ਕਾਮ ਦੀ ਮੈਲ ਕਰਕੇ ਮੈਲੇ ਹਨ, ਕ੍ਰੋਧ ਦੀ ਮੈਲ ਕਰਕੇ ਮੈਲੇ ਨੇ, ਵਿਕਾਰਾਂ ਕਰਕੇ ਮੈਲੇ ਹੋਏ ਪਏ ਹਨ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ। ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਇਉਂ ਤੇ ਬਾਹਰੋਂ ਸੁੰਦਰ ਬਸਤਰ ਪਹਿਨ ਕੇ ਦਿਖਾਵੇ ਮਾਤਰ ਚੰਗੇ ਕਰਮ ਕਰਨ ਕਰਕੇ ਇਨਸਾਨ ਸ਼ੁੱਧ ਨਹੀਂ ਹੁੰਦਾ, ਉਜਲ ਜੀਵਨ ਵਾਲਾ ਨਹੀਂ ਬਣਦਾ। ਦੇਖਦੇ ਉਜਲ ਜੀਵਨ ਵਾਲੇ ਨੇ, ਪਰ ਅੰਦਰੋਂ ਸੋ ਚਿੱਤ ਮੈਲੇ ਹਨ। ਬਾਹਰੋਂ ਨਿਰਮਲਾ ਜੀਉ ਤਾਂ ਮੈਲੇ। ਜਿਹੜੇ ਪੁਰਖ ਬਾਹਰੋਂ ਉਜਲ ਕਰਮ ਕਰਨ ਵਾਲੇ ਦਿਖਦੇ ਹਨ, ਪਰ ਹਿਰਦੇ ਵਿੱਚ ਤਾਂ ਵਿਕਾਰਾਂ ਨੂੰ ਭੋਗਣ ਦੀ ਜਾਂ ਅੰਦਰ ਤਾਂ ਮੰਦ ਵੈਸ਼ਨਾ ਦੀ ਮਲੀਨਤਾ ਹੈ। ਤਿੰਨੀ ਜਨਮ ਜੋ ਹਾਰਿਆ। ਤਿੰਨਾਂ ਪੁਰਖਾਂ ਨੇ ਤਾਂ ਆਪਣਾ ਮਨੁੱਖਾ ਜਨਮ ਵਿਸ਼ੇ ਅਨੁਭਜੂਏ ਵਿੱਚ ਹਾਰ ਦਿੱਤਾ ਹੈ। ਸੋ ਮਨਮੁਖ ਜਿਹੜੇ ਹਨ, ਕਹਿੰਦੇ ਨੇ ਚੱਲੇ ਜੁਆਰੀ ਦੋਏ ਹੱਥ ਚਾਰ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਜਿਸ ਤਰ੍ਹਾਂ ਜੂਏ ਬਾਜ ਜੂਏ ਵਿੱਚ ਸਭ ਕੁਝ ਹਾਰ ਕੇ ਹੱਥ ਝਾੜ ਕੇ ਜਾਂਦਾ, ਇੰਜ ਮਨਮੁਖ ਹਾਰ ਕੇ ਗਏ ਹਨ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਉਹਨਾਂ ਨੂੰ ਰਸਾਂ ਕਸਾਂ ਦੇ ਭੋਗਣ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਲੱਗ ਗਿਆ ਹੈ। ਮਰਨ ਮਨ ਹੋਵੇ ਸਾਰਿਆ। ਜਿਸ ਕਰਕੇ ਉਹਨਾਂ ਨੇ ਆਪਣੇ ਮਨ ਹਿਰਦੇ ਵਿੱਚੋਂ ਮੌਤ ਨੂੰ ਭੁਲਾ ਦਿੱਤਾ ਹੈ। ਵੇਦਾਂ ਮਹਿ ਨਾਮ ਉਤਮ। ਵੇਦਾਂ ਦੇ ਵਿੱਚ ਜੋ ਪਰਮੇਸ਼ਰ ਦਾ ਉੱਤਮ ਨਾਮ, ਸ੍ਰੇਸ਼ਟ ਨਾਮ ਹੈ, ਸੋ ਸੁਣਹ ਨਾਹੀ। ਉਹ ਸੁਣਦੇ ਨਹੀਂ ਹਨ। ਫਿਰ ਹੈ ਜਉ ਬੇਤਾਲਿਆ। ਪਰ ਵੇਦਾਂ ਵਿੱਚ ਦ੍ਰਿੜਾਏ ਕਰਮਕਾਂਡ ਦੇ ਝਮੇਲਿਆਂ 'ਚ ਫਸੇ, ਇਉਂ ਸੰਸਾਰ 'ਚ ਤੁਰੇ ਫਿਰਦੇ ਜਿਵੇਂ ਭੂਤਨੇ ਤੁਰੇ ਫਿਰਦੇ ਨੇ। ਭੂਤਨੀਆਂ ਵਾਂਗ ਸੰਸਾਰ ਵਿੱਚ ਤੁਰੇ ਫਿਰਦੇ ਹਨ। ਇਸੇ ਪ੍ਰਕਾਰ ਵੇਦਾਂ ਮਹਿ ਨਾਮ ਉਤਮ, ਸੋ ਸੁਣਹ ਨਾਹੀ। ਫਿਰ ਹੈ ਜਉ ਬੇਤਾਲਿਆ। ਕਈ ਪੰਡਤ ਲੋਕ ਗੁਰਬਾਣੀ ਦੀ ਸ਼ੰਕਾ ਕਰਦੇ ਨੇ ਕਿ ਵੇਦਾਂ ਵਿੱਚ ਹੀ ਨਾਮ ਉੱਤਮ ਹੈ, ਇਸ ਲਈ ਬਾਣੀ ਦੀ ਕੀ ਲੋੜ ਹੈ। ਇਸ ਪ੍ਰਸ਼ਨ ਦਾ ਉੱਤਰ ਗਿਆਨਵਾਨਾਂ ਨੇ ਇੰਝ ਦਿੱਤਾ ਹੈ, ਨਾਮ ਉੱਤਮ ਸੋ ਸੁਣੇ ਨਾਹੀ। ਜੋ ਸ੍ਰੇਸ਼ਟ ਨਾਮ ਸਤਿਗੁਰਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ, ਉਸ ਨਾਮ ਦੀ ਸ੍ਰੇਸ਼ਟਤਾ ਤਾਂ ਸੁਣਦੇ ਨਹੀਂ ਹਨ। ਅਤੇ ਵੇਦਾਂ ਦੇ ਵਿੱਚ ਜਿਹੜੇ ਕਰਮਕਾਂਡ ਨੇ, ਉਹਨਾਂ ਨਾਲ ਉਪਾਸਨਾ ਵਿੱਚ ਭੂਤਨਿਆਂ ਵਾਂਗੂ ਤੁਰੇ ਫਿਰਦੇ ਨੇ। ਜਾਂ ਵੇਦਾਮ ਹੈ, ਜੋ ਦਮ ਹੈ ਪੈਸਿਆਂ ਪਾ ਮੁੱਲ ਤੋਂ ਬੇਰਹਿਤ ਹੈ, ਉਹ ਵੀ ਬੇਕੀਮਤ ਦੇ ਨਾਮ ਨੂੰ ਤਾਂ ਸੁਣਦੇ ਨਹੀਂ, ਅਤੇ ਇਸ ਲਈ ਪ੍ਰੇਤਾਂ ਵਾਂਗ ਤੁਰੇ ਫਿਰਦੇ ਹਨ। ਇਸੇ ਪ੍ਰਕਾਰ ਵੇਦਾਂ ਮਹਿ ਨਾਮ ਉਤਮ, ਸੋ ਸੁਣਹ ਨਾਹੀ। ਵੇਦ ਨਾਮ ਹੈ ਗਿਆਨ ਦਾ। ਗਿਆਨ ਦਾ ਖਜ਼ਾਨਾ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਸੋ ਗਿਆਨਵਾਨ ਗਿਆਨ ਦੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਉੱਤਮ ਨਾਮ ਹੈ, ਉੱਤਮ ਨਾਮ ਨੂੰ ਜਿਹੜੇ ਮਨਮੁਖ ਨੇ ਉਹ ਤਾਂ ਸੁਣਦੇ ਨਹੀਂ ਹਨ। ਤੇ ਫਿਰ ਹੈ ਜਉ ਬੇਤਾਲਿਆ, ਪ੍ਰੇਤਾ ਵਾਂਗ ਬੇਤਾਲਿਆ ਤਾਲ ਸਰੂਪ ਦੀ ਪ੍ਰਾਪਤੀ ਤੋਂ ਬਿਨਾਂ ਹੀ ਤੁਰੇ ਫਿਰਦੇ ਹਨ। ਬਿਨ ਨਾਮ ਜਗ ਕਮਲਾ ਫਿਰ ਗੁਰਮੁਖ ਨਦਰੀ ਆਇਆ। ਵਾਹਿਗੁਰੂ ਨਾਮ ਤੋਂ ਬਿਨਾਂ ਸਾਰਾ ਜਗਤ ਕਮਲਾ ਝੱਲਾ ਹੋਇਆ ਤੁਰਿਆ ਫਿਰਦਾ ਹੈ। ਕਹੈ ਨਾਨਕ ਜਿਨ ਸੱਚ ਤਜਿਆ, ਸਤਿਗੁਰੂ ਜੀ ਕਹਿੰਦੇ ਕਿ ਜਿਨ੍ਹਾਂ ਨੇ ਸੱਚੇ ਨਾਮ ਨੂੰ ਛੱਡ ਦਿੱਤਾ ਹੈ, ਕੂੜੇ ਲਾਗੇ ਝੂਠੇ ਪਦਾਰਥਾਂ ਵਿੱਚ ਲੱਗੇ ਹੋਏ ਹਨ, ਤਿੰਨੀ ਜਨਮ ਜੋ ਹਾਰਿਆ, ਤਿਨਾਂ ਨੇ ਆਪਣਾ ਮਨੁੱਖਾ ਜਨਮ ਵਿਸ਼ਿਆਂ ਰੂਪ ਜੂਏ ਵਿੱਚ ਹਾਰ ਦਿੱਤਾ ਹੈ। ਸੋ ਜੋ ਇਹ ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੀ ਵਿਆਪਾਰੀ। ਹੀਰਾ ਹਾਥ ਚੜਿਆ ਨਿਰਮੋਲਕ, ਛੁੱਟ ਗਈ ਸੰਸਾਰੀ। ਸਤਿਗੁਰੂ ਜੀ ਦਾ ਹੁਕਮ ਹੈ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਕਿ ਜੇ ਵਪਾਰ ਕਰਨਾ ਤਾਂ ਸੱਚਾ ਕਰਨਾ, ਜੇ ਸੌਦਾ ਕਰਨਾ ਤਾਂ ਸੱਚਾ ਸੌਦਾ ਕਰਨਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ 20 ਰੁਪਈਆਂ ਦਾ ਸੱਚਾ ਸੌਦਾ ਕੀਤਾ, ਜੋ ਅੱਜ ਤੱਕ ਫਲੀਭੂਤ ਹੋ ਰਹੀ ਹੈ। ਪਰ ਜਿਹੜੇ ਮਨਮੁਖ ਨੇ ਉਹ ਆਪਦੇ ਮਨੁੱਖਾ ਜਨਮ ਦੀ ਬਾਜੀ ਨੂੰ ਵਿਸ਼ੇ ਵਿਕਾਰਾਂ ਦੀ ਜੂਏ ਵਿੱਚ, ਝੂਠੇ ਵਪਾਰ ਦੇ ਵਿੱਚ ਹਾਰ ਕੇ ਅਮੋਲਕ ਸਵਾਸ ਇਹ ਮਨੁੱਖਾ ਜਨਮ ਵਿਅਰਥ ਗਵਾ ਦਿੰਦੇ ਹਨ। ਜੀਆ ਹਉ ਨਿਰਮਲਾ, ਤਿੰਨ ਬਾਹਰੋਂ ਨਿਰਮਲ ਬਾਰਹੁ ਨਿਰਮਲ, ਸੋ ਮਹਾਰਾਜ ਕਹਿੰਦੇ ਜਿਹੜੇ ਪੁਰਖ ਹਿਰਦੇ ਕਰਕੇ ਵੀ ਨਿਰਮਲ ਉਜਲ ਨੇ, ਭਾਵ ਨਿਸ਼ਕਾਮ ਕਰਮਾਂ ਕਰਕੇ, ਤੇ ਹਿਰਦੇ ਅੰਦਰ ਪਾਪਾਂ ਦੀ ਮੈਲ ਜਿਨ੍ਹਾਂ ਦੇ ਨਹੀਂ ਹੈ, ਤੇ ਬਾਹਰੋਂ ਵੀ ਪਖੰਡ ਤੋਂ ਰਹਿਣ ਹੋਣ ਕਰਕੇ ਉਜਲ ਜੀਵਨ ਵਾਲੇ ਹਨ। ਭਾਵ ਜਿਵੇਂ ਹੰਸ ਮਾਨ ਸਰੋਵਰ 'ਤੇ ਹੀਰੇ ਮੋਤੀ ਚੁਗਦੇ ਹਨ, ਇਉਂ ਪੁਰਖ ਸਤ ਸੰਗਤ ਰੂਪ ਮਾਨ ਸਰੋਵਰ ਵਿੱਚ ਹੰਸਾਂ ਦੀ ਨਿਆਈ ਨਾਮ ਰੂਪੀ ਹੀਰੇ ਮੋਤੀ ਚੁਗਦੇ ਨੇ। ਬਾਰਹੁ ਤਾਂ ਨਿਰਮਲ, ਜੀਆ ਨਿਰਮਲ, ਬਾਹਰੋਂ ਸਰੀਰ ਕਰਕੇ ਵਿਹਾਰਾਂ ਕਰਕੇ ਤਾਂ ਉਜਲ ਹੀ ਨੇ, ਉਹ ਤਾਂ ਹਿਰਦੇ ਕਰਕੇ ਵੀ ਉਜਲ ਹਨ, ਜਾਂ ਨਿਰਮਲ ਪਾਪਾ ਦੀ ਮੈਲ ਤੋਂ ਰਹਿਤ ਹਨ। ਸਤਿਗੁਰ ਤੇ ਕਰਨੀ ਕਮਾਣੀ, ਕਿਉਂਕਿ ਤਿੰਨਾਂ ਨੇ ਸੱਚੇ ਗੁਰੂ ਸਾਹਿਬ ਤੋਂ ਉਪਦੇਸ਼ ਲੈ ਕੇ ਭਗਤੀ ਰੂਪ ਸ਼ੁਭ ਕਮਾਈ ਕਮਾਉਣਾ ਕੀਤੀ ਹੈ। ਕੋੜ ਕੇ ਸੋਏ ਪਹੁੰਚਾ ਨਾਹੀ, ਉਹਨਾਂ ਨੂੰ ਝੂਠ ਦੀ ਖਬਰ ਕਨਸੋ ਵੀ ਨਹੀਂ ਪਹੁੰਚਦੀ ਹੈ। ਮਨਸਾ ਸੱਚ ਸਮਾਣੀ, ਪਰ ਉਹਨਾਂ ਦੀ ਜੋ ਮਨਸਾ ਵਾਸ਼ਨਾ ਸੱਚੇ ਨਾਮ ਨੂੰ ਜਪਣ ਕਰਕੇ ਸਮਾ ਗਈ, ਲੈ ਹੋ ਗਈ ਹੈ। ਇਸੇ ਪ੍ਰਕਾਰ ਕੂੜ ਕੇ ਸੋਏ ਪਹੁੰਚਾ ਨਾਹੀ, ਤਤ ਬੇਤਿਆਂ ਦੇ ਹਿਰਦੇ ਅੰਦਰ ਝੂਠੀ ਸੋਭਾ ਦੀ ਇੱਛਾ ਵੀ ਨਹੀਂ ਪਹੁੰਚਦੀ। ਮਨਸਾ ਸੱਚ ਸਮਾਣੀ, ਔਰ ਉਹਨਾਂ ਦੀ ਜੋ ਮਨਸਾ ਬੁੱਧੀ ਹੈ ਉਹ ਵੀ ਸੱਚ ਸਰੂਪ ਦੇ ਵਿੱਚ ਸਮਾ ਗਈ ਹੈ, ਜਾਂ ਗੁਰ ਸਿੱਖਿਆ ਕਰਕੇ ਉਹਨਾਂ ਦੀ ਬਿਰਤੀ ਸੱਚ ਵਿੱਚ ਸਮਾ ਗਈ ਹੈ। ਜਨਮ ਰਤਨ ਜਿਨੀ ਖਟਿਆ, ਜਿਨ੍ਹਾਂ ਨੇ ਮਨੁੱਖਾ ਜਨਮ ਰੂਪ ਰਤਨ ਨੂੰ ਸਫਲ ਕਰਨ ਰੂਪ ਖੱਟਿਆ ਕਮਾਇਆ ਹੈ। ਇਸੇ ਪ੍ਰਕਾਰ ਜਨਮ ਰਤਨ ਜਿਨੀ ਖਟਿਆ, ਜਿਨ੍ਹਾਂ ਨੇ ਮਨੁੱਖਾ ਜਨਮ ਦੇ ਵਿੱਚ ਨਾਮ ਰੂਪ ਰਤਨ ਨੂੰ ਗੁਰਾਂ ਪਾਸੋਂ ਲੈ ਕੇ ਖੱਟਿਆ ਕਮਾਇਆ ਹੈ। ਸੇ ਭਲੇ ਭਲੇ ਸੇਵਨ ਜਾਰੇ, ਉਹ ਭਗਤੀ ਦੇ ਵਣਜ ਕਰਨ ਵਾਲੇ ਜਗਿਆਸੂ ਰੂਪ ਵਪਾਰੀ
ਭਲੇ ਹਨ ਚੰਗੇ ਹਨ। ਕਹੈ ਨਾਨਕ ਜੈਨ ਮਨ ਨਿਰਮਲ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਥਨ ਕਰਦੇ ਕਿ ਜਿਨ੍ਹਾਂ ਦਾ ਮਨ ਹਿਰਦਾ ਉਜਲ ਹੈ ਜਾਂ ਜਿਨ੍ਹਾਂ ਨੇ ਨਾਮ ਦਾ ਮੰਨਣ ਕੀਤਾ ਹੈ, ਸਦਾ ਰਹਿ ਗੁਰ ਨਾਲੇ। ਉਹਨਾਂ ਦਾ ਹਿਰਦਾ ਸ਼ੁੱਧ ਹੈ, ਉਹ ਸਦਾ ਹਮੇਸ਼ਾ ਸਤਿਗੁਰੂ ਦੇ ਸਰੂਪ ਨਾਲ ਹਰ ਵਕਤ ਮਿਲੇ ਰਹਿੰਦੇ, ਅਭੇਦ ਰਹਿੰਦੇ ਹਨ, ਜਾਂ ਸਦਾ ਗੁਰਾਂ ਦੇ ਉਪਦੇਸ਼ ਨਾਲ ਮਿਲੇ ਰਹਿੰਦੇ ਨੇ। ਜੇ ਕੋ ਸਿੱਖਾ ਗੁਰੂ ਸੇਤੀ ਸਨਮੁਖ ਹੋਵੈ। ਇਸ ਪੌੜੀ ਵਿੱਚ ਸਤਿਗੁਰੂ ਜੀ ਸਿੱਖ ਨੂੰ ਗੁਰਾਂ ਦੇ ਸਨਮੁਖ ਹੋਣ ਦੀ ਬਾਬਤ ਉਪਦੇਸ਼ ਬਖਸ਼ਦੇ ਨੇ ਕਿ ਜੇਕਰ ਕੋਈ ਸਿੱਖਿਆ ਗ੍ਰਹਿਣ ਕਰਨ ਵਾਲਾ ਪੁਰਖ ਜਾਂ ਗੁਰਸਿੱਖ ਸਤਿਗੁਰਾਂ ਦੇ ਨਾਲ ਸਾਹਮਣੇ ਆਗਿਆਕਾਰੀ ਹੋਣਾ ਚਾਹੁੰਦਾ ਹੋਵੇ ਜਾਂ ਭਾਣਾ ਮੰਨਣ ਵਾਲਾ ਬਣਨਾ ਚਾਹੁੰਦਾ ਹੋਵੇ, ਹੋਵੈ ਤਾਂ ਸਨਮੁਖ ਸਿੱਖ ਕੋਈ। ਸਭ ਕੋਈ ਆਪਣੇ ਆਪ ਨੂੰ ਗੁਰਾਂ ਦੇ ਸਨਮੁਖ ਕਹਾਉਂਦਾ ਹੈ। ਜੀਉ ਰਹਿ ਗੁਰ ਨਾਲੇ। ਪਰੰਤੂ ਕੋਈ ਵਿਰਲਾ ਸਿੱਖ ਤਦ ਹੀ ਗੁਰਾਂ ਦੇ ਸਾਹਮਣੇ ਹੋ ਸਕਦਾ ਜੇਕਰ ਹਿਰਦੇ ਕਰਕੇ ਸਤਿਗੁਰਾਂ ਦੇ ਨਾਲ ਆਗਿਆਕਾਰ ਹੋ ਕੇ ਮਿਲਿਆ ਰਹਿਣਾ ਕਰੇ, ਜਾਂ ਮਨ ਬਾਣੀ ਸਰੀਰ ਕਰਕੇ ਜਾਂ ਭਾਵ ਭਗਤੀ ਦੁਆਰਾ ਗੁਰਾਂ ਨਾਲ ਮਿਲਿਆ ਰਹਿਣਾ ਕਰੇ, ਅਤੇ ਗੁਰ ਕੇ ਚਰਨ ਹਿਰਦੈ ਧਿਆਏ। ਸਤਿਗੁਰੂ ਸਾਹਿਬ ਜੀ ਦੇ ਪੂਜਨੀਕ ਚਰਨਾਂ ਨੂੰ ਮਨ ਵਿੱਚ ਧਿਆਉਣਾ ਕਰੇ। ਅੰਤਰ ਆਤਮ ਸੰਭਾਲੇ। ਅਤੇ ਹਰ ਵਕਤ ਗੁਰੂ ਉਪਦੇਸ਼ ਦੁਆਰਾ ਮਨ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਵੀ ਸੰਭਾਲੇ ਯਾਦ ਕਰੇ। ਆਪ ਛੱਡ ਸਦਾ ਰਹਿ ਪਰਣ। ਆਪਾ ਭਾਵ ਹੰਕਾਰ ਛੱਡ ਕੇ ਸਦਾ ਹਮੇਸ਼ਾ ਗੁਰੂ ਸਾਹਿਬ ਜੀ ਦੇ ਆਸਰੇ ਰਹਿਣਾ ਕਰੇ। ਗੁਰ ਬਿਨ ਅਵਰ ਨ ਜਾਣੈ ਕੋਇ। ਅਤੇ ਪੂਰੇ ਗੁਰੂ ਤੋਂ ਬਿਨਾ ਹਿਰਦੇ ਰੂਪ ਸਥਾਨ ਵਿੱਚ ਹੋਰ ਕਿਸੇ ਨੂੰ ਵੀ ਨਾ ਜਾਣੇ, ਜਾਂ ਗੁਰੂ ਤੋਂ ਬਗੈਰ ਕਿਸੇ ਵੀ ਦੇਵੀ ਦੇਵਤੇ ਨੂੰ ਸ੍ਰੇਸ਼ਟ ਜਾਂ ਪਿਆਰਾ ਨਾ ਜਾਣੇ। ਕਹੈ ਨਾਨਕ ਸੁਣਹੁ ਸੰਤਹੁ। ਸਤਿਗੁਰੂ ਜੀ ਕਹਿੰਦੇ ਨੇ, ਕਥਨ ਕਰਦੇ ਕਿ ਹੇ ਸ਼ਾਂਤ ਆਤਮਾ ਵਾਲੇ ਪੁਰਖੋ, ਤੁਸੀਂ ਇਹ ਸਿੱਖਿਆ ਸੁਣਨਾ ਕਰੋ। ਸੋ ਸਿੱਖ ਸਨਮੁਖ ਹੋਏ। ਉਹ ਸਿੱਖ ਸਤਿਗੁਰਾਂ ਦੇ ਸਾਹਮਣੇ ਹੁੰਦਾ ਹੈ। ਜੇ ਕੋ ਗੁਰ ਤੇ ਵੇ ਮੁਖ ਹੋਵੈ। ਇਹ ਭਾਈ, ਜੇਕਰ ਕੋਈ ਪੁਰਖ ਸਤਿਗੁਰੂ ਸਾਹਿਬ ਜੀ ਤੋਂ ਬੇਮੁਖ ਮਨਮੁਖ ਹੋ ਜਾਵੇ, ਸੋ ਜੋ ਗੁਰਾਂ ਦੀ ਸ਼ਰਨ ਵਿੱਚ ਆਵੇ, ਪਰ ਕੋਈ ਭਰਮ ਭੈ ਲੈ ਕੇ ਦੁਰਸਤ ਹੋਣ ਦੀ ਥਾਂ ਸਤਿਗੁਰਾਂ ਵੱਲ ਪਿੱਠ ਕਰ ਲਵੇ, ਉਹ ਪੁਰਸ਼ ਬੇਮੁਖ ਹੁੰਦਾ ਹੈ। ਜਿਵੇਂ ਮੂਲਾ ਖੱਤਰੀ ਸੀਗਾ, ਸਤਿਗੁਰੂ ਜੀ ਨੇ ਆਵਾਜ਼ ਮਾਰ ਕੇ ਉਹਨੂੰ ਆਪ ਦੀ ਸੰਗਤ ਬਖਸ਼ੀ, ਪਰ ਵਿਣ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਇੱਕ ਵਾਰ ਗੁਰੂ ਸਾਹਿਬ ਕਹਿਣ ਲੱਗੇ, ਹੇ ਮੂਲੇ, ਤੇਰੀ ਘਰ ਵਾਲੀ ਤੇਰੇ ਕਿਸੇ ਵਿਰੋਧੀ ਬੰਦੇ ਨੇ ਭੜਕਾ ਦਿੱਤੀ ਹੈ। ਤੇਰੇ ਸ਼ਿਕਾਰੀ ਖੂਨ ਵਾਲੇ ਕੱਪੜੇ ਲਪੇਟ ਕੇ ਸ਼ਿਕਾਰੀ ਖੂਨ ਦੇ ਨਾਲ ਉਹਨੂੰ ਝੂਠ ਬੋਲ ਦਿੱਤਾ ਵੀ ਤੇਰਾ ਘਰ ਵਾਲਾ ਤਾਂ ਸ਼ੇਰ ਖਾ ਗਿਆ। ਉਹ ਘਰ ਵਿੱਚ ਚਿਖਾ ਬਣਾ ਕੇ ਸਤੀ ਹੋਣ ਨੂੰ ਤਿਆਰ ਖੜੀ ਹੈ, ਬਿਲਕੁਲ ਤਿਆਰੀ। ਅੱਗ ਉਹਨੇ ਲਾ ਦਿੱਤੀ ਹੈ ਚਿਖਾ 'ਤੇ, ਡਿੱਗ ਕੇ ਉਹਨੇ ਸੜ ਜਾਣਾ। ਜੇ ਤਾਂ ਸੱਚਮੁੱਚ ਹੀ ਤੂੰ ਇਹ ਮੰਨ ਲਿਆ ਕਿ ਜੀਵਣਾ ਝੂਠ ਤੇ ਮਰਨਾ ਸੱਚ, ਫੇਰ ਤਾਂ ਤੂੰ ਸਾਡੇ ਪਾਸ ਰਹੋ, ਅਸੀਂ ਤੈਨੂੰ ਬ੍ਰਹਮ ਗਿਆਨ ਬਖਸ਼ ਦੇਵਾਂਗੇ। ਜੇ ਤੇਰਾ ਘਰ ਵਾਲੀ 'ਚ ਧਿਆਨ ਹੈ ਤੇ ਤੈਨੂੰ ਅਸੀਂ 1 ਮਿੰਟ 'ਚ ਉੱਥੇ ਪਹੁੰਚਾ ਦਿੰਦੇ ਹਾਂ, ਤੂੰ ਉਹਨੂੰ ਛਡਾ ਸਕਦਾ, ਉਹਨੂੰ ਬਚਾ ਸਕਦਾ ਹੈ। ਵੇਖ ਲਾ, ਘਰ ਜਾਣਾ ਕਿ ਸਾਡੇ ਕੋਲ ਲੈ ਰਹਿ ਕੇ ਬ੍ਰਹਮ ਗਿਆਨ ਪਾਉਣਾ। ਕਹਿੰਦਾ ਜੀ ਐਵੇਂ ਝੂਠ ਨਹੀਂ ਬੋਲਣਾ ਚਾਹੀਦਾ। ਉਹ ਤਾਂ ਮੈਂ ਇੱਕ ਲੋਕਾਚਾਰੀ ਲਿਖ ਦਿੱਤਾ ਸੀਗਾ, ਜਿਉਣਾ ਝੂਠ ਤੇ ਮਰਨਾ ਸੱਚ, ਪਰ ਮੈਨੂੰ ਇਹ ਭਰੋਸਾ ਨਹੀਂ ਹੋਇਆ
ਮੈਨੂੰ ਮੇਰੇ ਘਰ ਪਹੁੰਚਾ ਦਿਓ ਜੀ। ਮਹਾਰਾਜ ਕਹਿੰਦੇ ਚੰਗਾ, ਨੇਤਰ ਬੰਦ ਕਰ। ਕੀਰਤਨ ਸ਼ੁਰੂ ਕਰ ਦਿੱਤਾ, ਨੇਤਰ ਬੰਦ ਕੀਤੇ, ਅੱਖਾਂ ਖੋਲ੍ਹੀਆਂ, ਆਪਦੇ ਘਰ 'ਚ ਬੈਠਾ। ਘਰ ਵਾਲੀ ਨੂੰ ਉਸਨੇ ਬਚਾ ਲਿਆ। ਸਾਲ ਬੱਧੀ ਗੁਰੂ ਮਹਾਰਾਜ ਫਿਰ ਫਿਰਦੇ ਫਿਰਾਉਂਦੇ ਉੱਥੇ ਸਿਆਲਕੋਟ ਵਿੱਚ ਆਏ। ਆਖਿਆ ਭਾਈ ਬਾਲਾ ਤੇ ਮਰਦਾਨਾ ਜੀ, ਸਾਡਾ ਇੱਕ ਇੱਥੇ ਮਿੱਤਰ ਰਹਿੰਦਾ ਹੈ, ਚਲੋ ਉਹਨੂੰ ਮਿਲ ਚੱਲੀਏ। ਤਾਂ ਸਤਿਗੁਰੂ ਜੀ ਨੇ ਕੁੰਡਾ ਖੜਕਾਇਆ। ਇੱਕ ਸੁਰਾਖਦਾਨੀ ਵੇਖ ਕੇ ਘਰ ਵਾਲੀ ਨੇ ਪਹਿਚਾਨ ਲਿਆ। ਜਾ ਕੇ ਮੂਲੇ ਨੂੰ ਕਹਿਣ ਲੱਗੀ, ਤੂੰ ਅੰਦਰ ਲੁਕ ਜਾ, ਜਿੱਥੇ ਪਾਥੀਆਂ ਦਾ ਗਹੀਰਾ ਹੈ। ਉਹੀ ਸੰਤ ਤੈਨੂੰ ਲੈਣ ਲਈ ਆ ਗਏ ਨੇ, ਜਿਹੜੇ ਪਹਿਲਾਂ ਲੈ ਕੇ ਗਏ ਸੀ। ਹੁਣ ਤਾਂ ਤੈਨੂੰ ਛੱਡਣਗੇ ਨਹੀਂ, ਘਰ ਤਿਆਗਣਾ ਬੜਾ ਔਖਾ ਹੈ, ਤੂੰ ਲੁਕ ਜਾ। ਕਹਿਣ ਲੱਗਾ ਵੀ ਗੁਰੂ ਸਾਹਿਬ ਅੰਤਰਜਾਮੀ ਨੇ, ਮਹਾਰਾਜ ਗੁੱਸੇ ਹੋਣਗੇ, ਨਾਰਾਜ਼ ਹੋਣਗੇ, ਉਹ ਘਰ ਚੱਲ ਕੇ ਆਏ ਨੇ, ਮਿਲਣਾ ਤਾਂ ਚਾਹੀਦਾ ਹੀ ਹੈ। ਕਹਿੰਦੀ ਨਹੀਂ, ਖਬਰਦਾਰ ਦੇ ਤੂੰ ਉਹਨਾਂ ਨੂੰ ਮਿਲਿਆ, ਉਹਨਾਂ ਤੈਨੂੰ ਨਾਲ ਲੈ ਜਾਣਾ, ਚੱਲ ਲੁਕ ਜਾ। ਤੋ ਆਪਦੀ ਮੱਤ ਨਹੀਂ ਵਰਤੀ, ਘਰ ਵਾਲੀ ਦੀ ਆਖੇ ਲਾ ਕੇ ਗੁਰੂ ਸਾਹਿਬ ਤੋਂ ਬੇਮੁਖ ਹੋ ਗਿਆ। ਸਤਿਗੁਰੂ ਮਹਾਰਾਜ ਜੀ ਨੇ ਆਵਾਜ਼ ਦਿੱਤੀ, ਇਹਨੇ ਦਰਵਾਜ਼ਾ ਤਾਂ ਨਹੀਂ ਖੋਲ੍ਹਿਆ। ਅੰਦਰੋਂ ਕਹਿਣ ਲੱਗੀ ਵੀ ਉਹ ਤਾਂ ਘਰ ਨਹੀਂ ਹੈ। ਮਹਾਰਾਜ ਕਹਿੰਦੇ ਅਸੀਂ ਨਾਲ ਨਹੀਂ ਲਿਜਾਣਾ ਬੀਬੀ ਭੈਣਾ, ਸਾਡਾ ਮਿੱਤਰ ਹੈ, ਉਹ ਆਪਾਂ ਨੂੰ ਵੇਖਣ ਆਏ ਆ, ਮਿਲਣ ਵਾਸਤੇ ਆਏ ਹਾਂ, ਮਿਲ ਕੇ ਚਲੇ ਜਾਵਾਂਗੇ। ਕਹਿੰਦੀ ਜੀ ਤੁਹਾਨੂੰ ਇੱਕ ਵਾਰ ਕਹਿ ਦਿੱਤਾ ਵੀ ਉਹ ਘਰ ਹੀ ਨਹੀਂ ਹੈ। ਮਹਾਰਾਜ ਕਹਿੰਦੇ ਅੱਛਾ ਚਲੋ, ਜੇ ਮਹਾਰਾਜ ਦੀ ਇਹ ਹੀ ਮੌਜ ਹੈ ਤੇ ਨਹੀਂ ਘਰ ਤਾਂ ਫਿਰ ਠੀਕ ਹੈ, ਕੀ ਪਤਾ ਨਹੀਂ ਵੀ ਹੈ। ਇਸ ਤਰ੍ਹਾਂ ਮਹਾਰਾਜ ਨੇ ਬਚਨ ਕੀਤਾ। ਉਹ ਸੱਚਮੁੱਚ ਹੀ ਘਰ 'ਚ ਸੀ ਤਾਂ ਮੌਜੂਦ, ਤੇ ਜਮਾ ਨੇ ਉੱਥੋਂ ਚੁੱਕ ਲਿਆ। ਗੁਰੂ ਸਾਹਿਬ ਨੇ ਪਿੱਠਕ ਦਿੱਤੀ। ਜਿਉਂ ਹੀ ਮਹਾਰਾਜ ਨੇ ਆਪਦਾ ਮੂੰਹ ਪਰਾਂ ਨੂੰ ਘੁਮਾਇਆ, ਇਹਨੂੰ ਪਿੱਠ ਦਿੱਤੀ, ਤਾਂ ਸਾਧ ਸੰਗਤ ਜੀਓ, ਪਾਥੀਆਂ ਦੇ ਗਹੀਰੇ ਵਿੱਚੋਂ ਇੱਕ ਜ਼ਹਿਰੀਲਾ ਨਾਗ ਨਿਕਲਿਆ। ਉਸਨੇ ਉਸ ਨੂੰ ਡੰਗ ਮਾਰ ਕੇ ਮਾਰ ਦਿੱਤਾ। ਅਜੇ ਸਵਾਸ ਚੱਲਦੇ ਸਨ, ਇਹ ਬੜਾ ਤੜਫਿਆ। ਕਹਿਣ ਲੱਗਾ ਕਿ ਮੈਂ ਤੇਰੇ ਕਹਿਣੇ ਵਿੱਚ ਆ ਕੇ ਆਪ ਦਾ ਨੁਕਸਾਨ ਕਰਾ ਬੈਠਾ ਹਾਂ, ਗੁਰੂ ਜੀ ਤੋਂ ਬੇਮੁਖ ਹੋ ਗਿਆ। ਚੱਲ ਮੈਨੂੰ ਜਾ ਕੇ ਮਹਾਰਾਜ ਦੇ ਚਰਨਾਂ ਵਿੱਚ ਲਿਜਾ, ਮੈਂ ਮਾਫੀ ਮੰਗੇ, ਆਪਣਾ ਬਖਸ਼ਾ ਲਵਾਂ। ਉਹਨੇ ਰੌਲਾ ਰਾਲਾ ਪਾ ਕੇ ਆਂਢ ਗੁਆਂਢ ਇਕੱਠੇ ਕੀਤੇ, ਇਹਨੂੰ ਮੰਜੇ 'ਤੇ ਪਾ ਕੇ ਚੁੱਕ ਕੇ ਜਦ ਲਿਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਚੜ੍ਹਾਈ ਕਰ ਗਿਆ। ਫਿਰ ਮਰੇ ਨੂੰ ਜਿੱਥੇ ਗੁਰਦੁਆਰਾ ਰੋੜੀ ਸਾਹਿਬ ਸਤਿਗੁਰੂ ਜੀ ਬੈਠੇ ਹੋਏ ਸਨ, ਉੱਥੇ ਮਹਾਰਾਜ ਦੇ ਚਰਨਾਂ ਵਿੱਚ ਲਿਜਾਇਆ ਗਿਆ। ਜਿਸ ਵਕਤ ਸ਼ਮਸ਼ਾਨ ਭੂਮੀ ਨੂੰ ਮੁਰਦਾ ਲਿਜਾਂਦੇ ਨੇ, ਤਾਂ ਮੁਰਦਾ ਸਰੀਰ ਨੂੰ ਤਾਈਓਂ ਗੁਰਦੁਆਰੇ ਮੱਥਾ ਟਿਕਾਈਦਾ ਕਿ ਖਬਰਿਆ ਇਹਦਾ ਭਲਾ ਹੋ ਹੀ ਜਾਏ। ਜੇ ਮਰੇ 'ਤੇ ਵੀ ਨਿਗਾਹ ਪੈ ਜਾਏ ਗੁਰੂ ਸਾਹਿਬ ਦੀ, ਤਾਂ ਵੀ ਇਨਸਾਨ ਦੀ ਆਤਮਾ ਦਾ ਭਲਾ ਕਰ ਦਿੰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਜੇ ਤਾਂ ਜਿਉਂਦਾ ਆ ਜਾਂਦਾ ਫਿਰ ਤਾਂ ਹੁਣੇ ਹੀ ਅਸੀਂ ਮੁਕਤ ਕਰ ਦਿੰਦੇ, ਤੇ ਪਰ ਇਹ ਬੇਮੁਖ ਮਰਿਆ ਹੈ, ਇਸ ਲਈ ਹੁਣ ਇਹਨੂੰ ਉਡੀਕ ਕਰਨੀ ਪਏਗੀ। ਚਲੋ ਕੋਈ ਨਹੀਂ, ਤੁਸੀਂ ਮਰੇ ਨੂੰ ਵੀ ਸਾਡੇ ਕੋਲ ਲੈ ਕੇ ਆਏ ਹੋ, ਇਸ ਦਾ ਭਲਾ ਹੋਵੇਗਾ, ਮੁਕਤ ਤਾਂ ਕਰਾਂਗੇ, ਆਪ ਦਾ ਸੇਵਕ ਜਾਣਗੇ, ਪਰ ਅਸੀਂ ਹੁਣ 10ਵੇਂ ਜਾਮੇ ਵਿੱਚ ਇਸ ਨੂੰ ਮੁਕਤ ਕਰਾਂਗੇ। ਉਹਨਾਂ ਚਿਰ ਇਹਨੂੰ 84 ਲੱਖ ਜੂਨਾਂ ਭੋਗਣੀਆਂ ਪੈਣਗੀਆਂ। ਇਹ ਮੂਲਾ ਖੱਤਰੀ ਗੁਰੂ ਸਾਹਿਬ ਜੀ ਤੋਂ ਬੇਮੁਖ ਹੋਇਆ ਤਾਂ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਸਾਹਿਬਾਂ ਦਾ ਉਪਦੇਸ਼ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਗ ਕਾਲੇ ਦੇਹ ਸੰਜਰੀਆ ਰਹਾਓ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, 184 ਜੋਨ ਬਰਮਾਇਆ। ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ
ਭਜ ਹਰ ਹਰ ਗੁਰਮਤਿ, ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੈ ਦਰਗਹਿ ਪ੍ਰਵਾਨ। ਸੋ ਇੰਜ ਪਾਤਸ਼ਾਹ ਜੀ ਤੋਂ ਬੇਮੁਖ ਹੋਣ ਕਰਕੇ ਮੂਲਾ ਖੱਤਰੀ ਜੂਨਾ ਭੋਗਦਾ ਹੋਇਆ ਜਦ ਸਹਿ ਦੀ ਜੂਨ ਵਿੱਚ ਗਿਆ ਤਾਂ ਕਲਗੀਧਰ ਜੀ ਨੇ ਗੁਰਦੁਆਰਾ ਸ਼ਿਕਾਰ ਘਾਟ ਸੱਚਖੰਡ ਹਜੂਰ ਸਾਹਿਬ ਵਿਖੇ ਉਹਨੂੰ ਤੀਰ ਮਾਰ ਕੇ ਮੁਕਤ ਕੀਤਾ। ਸਿੱਖ ਹੈਰਾਨ ਹੋਏ ਕਿ ਇਹ ਤੀਰ ਤਾਂ ਚਮਕੌਰ ਦੀ ਜੰਗ ਵਿੱਚ 10,000 ਦੀ ਛਾਤੀ ਨੂੰ ਵਿੰਨ ਗਿਆ, ਛੋਟੇ ਜਿਹੇ ਸਹੇ ਨੂੰ ਮਾਰਨ ਲਈ ਆਪ ਨੇ ਏਡਾ ਵੱਡਾ ਤੀਰ ਚਲਾਇਆ। ਮਹਾਰਾਜ ਸਵਾ ਤੋਲਾ ਤਾਂ ਸੋਨਾ ਹੀ ਲੱਗਾ ਹੁੰਦਾ ਸੀ। ਮਹਾਰਾਜ ਕਹਿੰਦੇ ਸਿਆ ਨਹੀਂ, ਇਹ ਸਾਡਾ ਸਿੱਖ ਹੈ। ਉਹਦੇ ਵਿੱਚੋਂ ਰੂਹ ਨਿਕਲੀ। ਉਹਨੇ ਸਾਰੀ ਸਾਖੀ ਆਪ ਦੀ ਸਿੱਖਾਂ ਨੂੰ ਸੁਣਾਈ। ਕਹਿਣ ਲੱਗਾ ਗੁਰੂ ਜੀ ਆਪ ਜੀ ਦਾ ਧੰਨਵਾਦ, ਮੈਂ ਆਪ ਜੀ ਦੇ ਤੀਰ ਨੂੰ ਸੋ ਪ੍ਰਾਪਤ ਕਰਕੇ ਤੇ ਤੀਰ ਨਾਲ ਤੁਸੀਂ ਮੈਨੂੰ ਮਾਰਿਆ, ਮੇਰੀ ਰੂਹ ਹੁਣ ਪਾਪਾਂ ਤੋਂ ਮੁਕਤ ਹੋ ਕੇ ਸੁਰਖਰੂ ਹੋਈ ਆ। ਮੈਂ ਆਪਦੀ ਕਿਰਪਾ ਨਾਲ ਸੱਚਖੰਡ ਚੱਲਿਆ। ਇਉਂ ਜਿਹੜਾ ਬੰਦਾ ਅੰਮ੍ਰਿਤ ਛਕ ਲੈਂਦਾ ਪਰ ਅੰਮ੍ਰਿਤ ਛਕ ਕੇ ਰਹਿਤ ਨੂੰ ਤਿਆਗ ਦਿੰਦਾ ਉਹਨੂੰ ਬੇਮੁਖ ਕਹਿੰਦੇ ਨੇ। ਜਿਹੜਾ ਸਾਹਿਬ ਕਥਨ ਕਰਦੇ ਹਨ, ਜੇ ਕੋ ਗੁਰ ਤੇ ਵੇਮੁਖ ਹੋਵੇ, ਜਿਹੜਾ ਕੋਈ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਜਾਂਦਾ ਹੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਸੱਚੇ ਗੁਰੂ ਦੀ ਸ਼ਰਨ ਆਏ ਤੋਂ ਬਿਨਾ ਉਹ ਮੁਕਤੀ ਨਹੀਂ ਪਾ ਸਕਦਾ। ਪਾਵੈ ਮੁਕਤ ਨਾ ਹੋਰ ਥੈ ਕੋਈ, ਗੁਰਾਂ ਤੋਂ ਬਗੈਰ ਹੋਰ ਕਿਸੇ ਵੀ ਥਾਂ ਭਾਵ ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ ਕੋਈ ਵੀ ਬੇਮੁਖ ਪੁਰਖ ਮੁਕਤੀ ਨਹੀਂ ਪਾ ਸਕਦਾ। ਪੁੱਛੋ ਬਵੇਕੀਆਂ ਜਾਏ, ਜੇਕਰ ਇਸ ਗੱਲ ਦਾ ਸ਼ੰਕਾ ਹੋਵੇ ਤਾਂ ਭਾਵੇਂ ਕੋਈ ਵਿਚਾਰਵਾਨਾਂ ਕੋਲ ਜਾ ਕੇ ਪੁੱਛ ਲਵੋ ਜਾਂ ਜੀਵ ਈਸ਼ ਦੀ ਏਕਤਾ ਵਾਲੇ ਗਿਆਨਵਾਨਾਂ ਦੀ ਸੰਗਤ ਵਿੱਚ ਜਾ ਕੇ ਪੁੱਛ ਲਵੋ। ਅਨੇਕ ਜੂਨੀ ਭਰਮ ਆਵੈ, ਗੁਰਾਂ ਤੋਂ ਬੇਮੁਖ ਪੁਰਖ ਭਾਵੇਂ ਅਨੇਕ ਦੁਨੀਆਂ ਵਿੱਚ ਭਰਮ ਦਾ ਭਟਕਦਾ ਆ ਜਾਵੇ, ਵਿਣ ਸਤਿਗੁਰ ਮੁਕਤ ਨਾ ਪਾਏ। ਪਰ ਸਤਿਗੁਰਾਂ ਦੀ ਸ਼ਰਨ ਆਏ ਤੋਂ ਬਿਨਾਂ ਕਦੇ ਵੀ ਮੁਕਤੀ ਨਹੀਂ ਪਾ ਸਕਦੇ। ਫਿਰ ਮੁਕਤ ਪਾਏ ਲਾਗ ਚਰਣੀ, ਉਹ ਬੇਮੁਖ ਪੁਰਖ ਫਿਰ ਹੀ ਮੁਕਤੀ ਪਾ ਸਕਦਾ ਜੇਕਰ ਉਸ ਨੂੰ ਦੁਬਾਰਾ ਮਨੁੱਖਾ ਜਨਮ ਮਿਲੇ ਤੇ ਉਹ ਪੂਰੇ ਗੁਰਾਂ ਦੀ ਚਰਨੀ ਲੱਗਣਾ ਕਰੇ। ਸਤਿਗੁਰੂ ਸ਼ਬਦ ਸੁਣਾਏ, ਅਤੇ ਸਤਿਗੁਰੂ ਜੀ ਉਸ ਨੂੰ ਨਾਮ ਅੰਮ੍ਰਿਤ ਦਾ ਉਪਦੇਸ਼ ਸੁਣਾਉਣਾ ਕਰਨ ਜਾਂ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ ਉਪਦੇਸ਼ ਸੁਣਾਉਣਾ ਕਰਨ। ਕਹੈ ਨਾਨਕ ਵਿਚਾਰ ਦੇਖੋ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਭਾਈ ਭਾਵੇਂ ਵਿਚਾਰ ਕੇ ਵੇਖ ਲਵੋ, ਵਿਣ ਸਤਿਗੁਰ ਮੁਕਤ ਨਾ ਪਾਏ। ਪੂਰੇ ਸਤਿਗੁਰੂ ਦੀ ਸ਼ਰਨ ਪਏ ਤੋਂ ਬਿਨਾ ਕੋਈ ਵੀ ਜੀਵ ਮੁਕਤੀ ਨਹੀਂ ਪਾ ਸਕਦਾ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਇਹ ਸੱਚੇ ਗੁਰੂ ਦੇ ਪਿਆਰੇ ਸਿੱਖੋ ਆਉਣਾ ਕਰੋ। ਗਾਵੋ ਸੱਚੀ ਬਾਣੀ, ਅਤੇ ਆਪਸ ਵਿੱਚ ਮਿਲ ਕੇ ਨਾਮ ਅੰਮ੍ਰਿਤ ਰੂਪ ਸੱਚੀ ਬਾਣੀ ਜਾਂ ਸਰੂਪ ਦੀ ਪ੍ਰਾਪਤੀ ਵਾਲੀ ਸਰੂਪ ਲਖਣਾ ਵਾਲੀ ਤਟਸਥੀ ਲਖਣਾ ਵਾਲੀ ਅੰਮ੍ਰਿਤ ਰੂਪ ਬਾਣੀ ਨੂੰ ਗਾਉਣਾ ਕਰੋ। ਧੁਰ ਕੀ ਬਾਣੀ ਨੂੰ ਗਾਵੋ, ਗੁਰਬਾਣੀ ਗਾਵੈ ਭਾਈ, ਉਹ ਸਫਲ ਸਦਾ ਸੁਖਦਾਈ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਤਾਂ ਕੇਵਲ ਪੂਰੇ ਸਤਿਗੁਰਾਂ ਦੀ ਹੀ ਮੁੱਖ ਵਾਕ ਵਿੱਚੋਂ ਨਿਕਲੀ, ਗਾਉਣਾ ਕਰੋ। ਬਾਣੀਆਂ ਸਿਰ ਬਾਣੀ, ਜੋ ਵੇਦ ਬਾਣੀ, ਪੁਰਾਣ ਬਾਣੀ, ਸ਼ਾਸਤਰ ਬਾਣੀ ਆਦਿਕ ਸਾਰੀਆਂ ਬਾਣੀਆਂ ਤੋਂ ਸ਼੍ਰੋਮਣੀ ਹੈ, ਜਾਂ ਪਰਾ ਪਸੰਦੀ ਮਧਮਾ ਆਦਿਕ ਬਾਣੀਆਂ ਤੋਂ, ਜਾਂ ਬ੍ਰਹਮਣ ਦੀਆਂ ਤਾਤਕ ਪ੍ਰਾਕਿਰਤਕ ਮਹੀ ਤਤਕ ਬਾਣੀਆਂ ਤੋਂ, ਜਾਂ ਤ੍ਰਿਗੁਣਾਤਮਕ ਬਾਣੀਆਂ ਆਦਿ ਤੋਂ ਸਰਬ ਸ੍ਰੇਸ਼ਟ ਹੈ। ਜਿਨ ਕੋ ਨਦਰ ਕਰਮ ਹੋਵੇ, ਜਿਨ੍ਹਾਂ ਤੇ ਕਿਰਪਾਲੂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਜਾਂ ਕਰਮ ਬਖਸ਼ਿਸ਼ ਭਰੀ ਦ੍ਰਿਸ਼ਟੀ ਹੁੰਦੀ, ਜਾਂ ਜਿਨ੍ਹਾਂ ਨਿਸ਼ਕਾਮ ਕਰਮਾਂ ਵਾਲਿਆਂ ਦੇ ਗਿਆਨਵਾਨ
ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਹੈ। ਹਿਰਦੈ ਤਿਨਾ ਸਮਾਣੀ ਤਿੰਨਾਂ ਦੇ ਹਿਰਦੇ ਮਨ ਵਿੱਚ ਇਹ ਅੰਮ੍ਰਿਤ ਰੂਪ ਬਾਣੀ ਸਮਾਉਂਦੀ ਹੈ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ। ਗੁਰਬਾਣੀ ਦੇ ਉਪਦੇਸ਼ ਦੁਆਰਾ ਨਾਮ ਅੰਮ੍ਰਿਤ ਨੂੰ ਪੀਣਾ ਕਰੋ ਅਰ ਹਮੇਸ਼ਾ ਪਰਮੇਸ਼ਰ ਦੇ ਰੰਗ ਪ੍ਰੇਮ ਆਨੰਦ ਵਿੱਚ ਰਤੇ ਰਹਿਣਾ ਕਰੋ। ਜਪਿਓ ਸਾਰਿਗ ਪਾਣੀ ਅਰ ਹਰ ਵਕਤ ਆਪਣੇ ਹੱਥਾਂ ਵਿੱਚ ਧਨੁਖ ਨੂੰ ਧਾਰਨ ਵਾਲੇ ਪਰਮੇਸ਼ਰ ਨੂੰ ਜਪਦੇ ਰਿਹਾ ਕਰੋ। ਜਾਂ ਇਸੇ ਪ੍ਰਕਾਰ ਜਪਿਓ ਸਾਰਿਗ ਪਾਣੀ। ਇਸ ਬਾਣੀ ਦੁਆਰਾ ਸਾਰੰਗ ਬਾਣੀ ਪਰਮੇਸ਼ਰ ਨੂੰ ਜਪਦੇ ਰਿਹਾ ਕਰੋ। ਮਨ ਕਰਕੇ ਸਦਾ ਹਰੀ ਦੇ ਆਨੰਦ ਵਿੱਚ ਰਹੋ। ਤੋ ਪੀਵੋ ਅੰਮ੍ਰਿਤ ਸਦਾ ਰਹੋ ਆਨੰਗ। ਤੇ ਤਨ ਕਰਕੇ ਵੀ ਨਾਮ ਅੰਮ੍ਰਿਤ ਪੀਵੋ, ਮਨ ਕਰਕੇ ਵੀ ਆਨੰਦ ਚ ਰਹੋ, ਤਨ ਕਰਕੇ ਵੀ ਨਾਮ ਅੰਮ੍ਰਿਤ ਪੀਵੋ। ਤੇ ਕੰਨਾਂ ਦੁਆਰਾ ਨਾਮ ਅੰਮ੍ਰਿਤ ਰੂ ਬਾਣੀ ਨੂੰ ਸੁਣਿਆ ਕਰੋ। ਕਹੈ ਨਾਨਕ ਸਦਾ ਗਾਵੋ। ਸਤਿਗੁਰੂ ਜੀ ਕਹਿੰਦੇ ਕਥਨ ਕਰਦੇ ਨੇ ਕਿ ਹਮੇਸ਼ਾ ਇਹ ਸਤਿਗੁਰਾਂ ਦੀ ਇਸ ਮੁੱਖ ਵਾਕ ਬਾਣੀ ਨੂੰ ਗਾਉਣਾ ਕਰੋ। ਇਹ ਸੱਚੀ ਬਾਣੀ ਕਿਉਂਕਿ ਇਹ ਸੱਚੀ ਬਾਣੀ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਬਾਣੀ ਹੈ ਭਾਈ। ਸੱਚੀ ਬਾਣੀ ਨੂੰ ਹਮੇਸ਼ਾ ਹੀ ਗਾਉਣਾ ਕਰੋ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਸੱਚੇ ਗੁਰੂ ਸਾਹਿਬ ਦੇ ਮੁਖੋਂ ਉਚਾਰੀ ਤੋਂ ਬਿਨਾ ਹੋਰ ਸਭੇ ਬਾਣੀਆਂ ਕਚਿਆਈ ਵਾਲੀਆਂ ਹਨ। ਕੋਈ ਵੀ ਕਿਸੇ ਨੇ ਕਵਿਤਾ ਲਿਖੀ ਹੈ, ਇੱਕ ਵਾਰ ਪੜ੍ਹੋ, ਦੋ ਵਾਰ ਪੜ੍ਹੋਗੇ, ਤੀਜੀ ਵਾਰ ਰਸ ਮੁੱਕ ਜਾਏਗਾ। ਇਸ ਲਈ ਧੁਰ ਕੀ ਬਾਣੀ ਗਾਉਣ ਦੀ ਆਗਿਆ ਹੈ। ਜਿੰਨੀ ਵਾਰ ਮਰਜ਼ੀ ਪੜ੍ਹੋ ਓਨੀ ਵਾਰ ਰਸ ਬਣੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੁਰ ਕੀ ਬਾਣੀ ਤੋਂ ਬਗੈਰ ਕੋਈ ਕਵਿਤਾ ਪੜ੍ਹਨ ਦੀ ਆਗਿਆ ਨਹੀਂ ਹੈ। ਜਿਵੇਂ ਕਈਆਂ ਨੇ ਕਵਿਤਾ ਬਣਾਈਆਂ ਨੇ ਕਿ ਬਾਹੀਂ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾਹੀਂ ਨਾ ਛੋੜੀਐ। ਗੁਰ ਤੇਗ ਬਹਾਦਰ ਬੋਲਿਆ ਤੇ ਸਿਰ ਦੀਜੈ ਬਾਹੀਂ ਨਾ ਛੋੜੀਐ। ਮਨ ਲੋਚੈ ਬੁਰਿਆਈਆਂ ਗੁਰ ਸਬਦੀ ਇਹੋ ਮਨ ਹੋੜੀਐ। ਬਾਹੀਂ ਜਿਨ੍ਹਾਂ ਦੀ ਪਕੜੀ ਹੈ ਤੇ ਸਿਰ ਦੀਜੈ ਬਾਹੀਂ ਨਾ ਛੋੜੀਐ। ਹੈ ਤਾਂ ਇਹ ਕਵਿਤਾ। ਇੱਕ ਵਾਰ ਮੇਰੇ ਸਾਹਮਣੇ ਦੀ ਗੱਲ ਹੈ ਕਿ ਮੈਂ ਪਿੱਛੇ ਬੈਠਾ ਕੀਰਤਨ ਸੁਣ ਰਿਹਾ ਸੀ। ਕੋਈ ਪ੍ਰੇਮੀਆਂ ਨੇ ਸਪੈਸ਼ਲ ਸਮਾਂ ਲਿਆ, ਡਿਊਟੀ ਨਹੀਂ ਸੀ ਉਹਨਾਂ ਦੀ, ਡਿਊਟੀ ਮੰਗ ਕੇ ਲਈ। ਉਹਨਾਂ ਨੂੰ ਕੀਪਤਾ ਪਤਾ ਨਹੀਂ ਹੋਏਗਾ, ਉਹ ਆ ਕਵਿਤਾ ਪੜ੍ਹਨ ਲੱਗ ਪਏ। ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, 3 ਵਜੇ ਦਾ ਟਾਈਮ ਸੀ, 2:30-3 ਵਜੇ ਦਾ। ਉੱਚੀ ਬੋਲਣ ਲੱਗ ਪਏ, ਹਜ਼ੂਰੀ 'ਚ ਬੈਠੇ। ਕਹਿੰਦੇ ਤੁਹਾਨੂੰ ਕਿੰਨੇ ਭੇਜਿਆ ਓਏ? ਤੁਸੀਂ ਮਹਾਰਾਜ ਦੀ ਰਾਗੀ ਕਵਿਤਾ ਪੜ੍ਹਨ ਲੱਗ ਪਏ। ਗੁਰਬਾਣੀ ਕੀ ਸਮਾਪਤ ਹੋ ਗਈ ਹੈ? ਬਾਣੀ ਦਾ ਕੀਰਤਨ ਕਿਉਂ ਨਹੀਂ ਕਰਦੇ? ਬੰਦ ਕਰੋ, ਇਹ ਕੱਚੀ ਬਾਣੀ ਹੈ, ਕਵਿਤਾ ਹੈ। ਧੁਰ ਕੀ ਬਾਣੀ ਸੱਚੀ ਬਾਣੀ ਦਾ ਕੀਰਤਨ ਸੁਣਾਓ। ਉਹ ਵਿਚਾਰੇ ਘਬਰਾ ਗਏ, ਉਹਨੂੰ ਪਤਾ ਨਹੀਂ ਸੀ। ਉਸੇ ਵਕਤ ਉਹਨਾਂ ਕੀਰਤਨ ਬੰਦ ਕਰਕੇ ਫਿਰ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਇੱਕ ਵਾਰ ਬਾਬੀ ਸਿੱਖ ਕਵਿਤਾ ਪੜ੍ਹਨ ਲੱਗ ਪਏ। ਕਿਉਂਕਿ ਮਿਹਰਬਾਨ ਜਿਹੜਾ ਪ੍ਰਥੀਏ ਦਾ ਮੁੰਡਾ ਸੀ, ਉਹ ਆਪ ਦੀ ਕਵਿਤਾ ਉਚਾਰਨ ਲੱਗ ਪਿਆ ਸੀ ਤੇ ਉਹਦੇ ਤੋਂ ਪਿੱਛੇ ਉਹ ਗੁਰੂ ਨਾਨਕ ਸਾਹਿਬ ਦਾ ਨਾਮ ਵਰਤਦਾ। ਆਮ ਸਿੱਖਾਂ ਨੂੰ ਭੁਲੇਖਾ ਪੈ ਜਾਂਦਾ। ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਰੁਕਿਆ ਰਬਾਬੀਆਂ ਨੂੰ, ਕਹਿਣ ਲੱਗੇ ਤੁਸੀਂ ਕਵਿਤਾ ਕਿਉਂ ਪੜ੍ਹ ਰਹੇ ਹੋ ਭਾਈ? ਧੁਰ ਕੀ ਬਾਣੀ ਦਾ ਕੀਰਤਨ ਕਿਉਂ ਨਹੀਂ ਕਰਦੇ? ਤਾਂ ਰਬਾਬੀ ਸਿੱਖ ਘਬਰਾ ਗਏ। ਬਾਬਾ ਬੁੱਢਾ ਜੀ ਨੂੰ ਨਾ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਸਿਨਮਰ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ, ਹੁਣ ਪਤਾ ਕਿਵੇਂ ਚੱਲੇ ਕਿ ਸੱਚੀ ਬਾਣੀ ਕਿਹੜੀ ਹੈ, ਕੱਚੀ ਬਾਣੀ ਕਿਹੜੀ ਹੈ? ਕਿਉਂਕਿ ਉਦੋਂ ਤਾਂ ਗੁਟਕੇ ਤੇ ਪੋਥੀਆਂ ਸਾਹਿਬ ਹੀ ਹੁੰਦੇ ਸਨ। ਸੰਪੂਰਨ ਬਾਣੀ ਨੂੰ ਇਕੱਤਰ ਨਹੀਂ ਸੀ ਕੀਤਾ ਹੋਇਆ।
ਤੇ ਆਪ ਕਿਰਪਾ ਕਰੋ ਸੰਪੂਰਨ ਬਾਣੀ ਨੂੰ ਇਕੱਤਰ ਕਰਕੇ ਇੱਕ ਗ੍ਰੰਥ ਸਾਹਿਬ ਬਣਾਓ, ਜਿਸ ਕਰਕੇ ਸਾਨੂੰ ਪਤਾ ਚੱਲ ਸਕੇ ਕਿ ਸੱਚੀ ਬਾਣੀ ਕਿਹੜੀ ਹੈ। ਗੁਰੂ ਸਾਹਿਬ ਕਹਿਣ ਲੱਗੇ ਪੋਥੀਆਂ ਸਾਹਿਬ ਤਾਂ ਬਾਬੇ ਮੋਹਨ ਕੋਲ ਪਈਆਂ ਨੇ, ਕਹਿੰਦੇ ਉੱਥੋਂ ਲੈ ਆਉਣੇ ਆ, ਤੁਸੀਂ ਕਿਸੇ ਨੂੰ ਭੇਜ ਦਿਓ। ਭਾਈ ਗੁਰਦਾਸ ਜੀ ਕਹਿੰਦਾ ਮੈਨੂੰ ਆਗਿਆ ਦਿਓ, ਮੈਂ ਲੈ ਕੇ ਆਉਂਦਾ। ਸਤਿਗੁਰੂ ਜੀ ਨੇ ਨਹੀਂ ਆਖਿਆ ਭਾਈ ਗੁਰਦਾਸ ਜੀ ਨੂੰ ਵੀ ਤੂੰ ਲੈ ਕੇ ਆ, ਆਪਦੀ ਮਰਜ਼ੀ ਨਾਲ ਭਾਈ ਸਾਹਿਬ ਖੜੇ ਹੋਏ। ਤਾਈਓ ਭਾਈ ਗੁਰਦਾਸ ਸਾਹਿਬ ਜੀ ਨੂੰ ਬਾਬੇ ਮੋਹਨ ਨੇ ਪੋਥੀਆਂ ਨਹੀਂ ਦਿੱਤੀਆਂ। ਫਿਰ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਤੁਸੀਂ ਮੈਨੂੰ ਆਖੋ ਮੈਂ ਜਾਂਦਾ ਹਾਂ। ਮਹਾਰਾਜ ਕਹਿੰਦੇ ਤੁਹਾਡਾ ਖੁਸ਼ ਹੈ ਜੀ। ਬਾਬਾ ਬੁੱਢਾ ਸਾਹਿਬ ਜੀ ਗਏ, ਦਰਵਾਜ਼ਾ ਫਿਰ ਵੀ ਬਾਬੇ ਮੋਹਨ ਨੇ ਨਹੀਂ ਖੋਲ੍ਹਿਆ। ਅਤੇ ਬਾਬਾ ਜੀ ਨੇ ਜਵਾਨ ਸੀਗੇ, ਉਹਨਾਂ ਜਿਹੜੀ ਚੁਗਾਠ ਸੀਗੀ ਲੈ ਕੇ ਸੱਬਲ ਉਹਦੀ ਮਿੱਟੀ ਮੁੱਟੀ ਪਰਾਂ ਕਰਕੇ ਉਹਦੀਆਂ ਚੂਥੀਆਂ ਪੁੱਟ ਕੇ ਚੁਗਾਠ ਹੀ ਦਰਵਾਜ਼ੇ ਸਮੇਤ ਹੀ ਪੁੱਟ ਲਈ, ਜਿੰਦਰੇ ਸਮੇਤ ਹੀ। ਜਦ ਚੁਗਾਠ ਸਮੇਤ ਦਰਵਾਜ਼ਾ ਖੇਡ ਲਿਆ ਅਤੇ ਭੱਜੇ ਭੱਜੇ ਬਾਬਾ ਮੋਹਰੀ ਜੀ ਆਏ। ਕਹਿੰਦੇ ਬਾਬਾ ਜੀ ਇਹ ਕੀ ਕੀਤਾ? ਕਹਿੰਦੇ ਉੱਠਦਾ ਨਹੀਂ ਹੈ, ਆਪਾਂ ਪੋਥੀਆਂ ਲੈਣ ਆਏ ਅੰਮ੍ਰਿਤਸਰੋਂ, ਗੁਰੂ ਸਾਹਿਬ ਨੇ ਭੇਜਿਆ, ਇਹ ਸਮਾਧੀ ਨਹੀਂ ਖੋਲ੍ਹਦਾ। ਕਹਿੰਦੇ ਬਾਬਾ ਜੀ ਤੁਹਾਡੇ ਅੱਗੇ ਹੱਥ ਜੋੜੇ, ਇਹਦਾ ਕੀ ਲੈਣਾ ਹੈ, ਤੁਹਾਡੀ ਬੇਇੱਜ਼ਤੀ ਕਰਦੇ, ਬੋਲਣ ਲੱਗਾ ਨਹੀਂ ਵੇਖਦਾ ਵੱਡਾ ਛੋਟਾ। ਤੁਸੀਂ ਬਜ਼ੁਰਗ ਬਾਬਾ ਜੀ ਸੇਵਾਦਾਰ ਮਹਾਨ ਗੁਰੂ ਸਾਹਿਬ ਦੇ ਸਿੱਖ ਹੋ, ਅਤੇ ਜੇ ਜ਼ਬਰਦਸਤੀ ਇਹਦੀ ਸਮਾਧੀ ਖੋਲ੍ਹੀ, ਕਿਤੇ ਗੁੱਸੇ 'ਚ ਆ ਕੇ ਕਿਤੇ ਸ਼ਰਾਬ ਹੀ ਨਾ ਦੇ ਦੇ। ਮੇਰੇ ਹੱਥ ਜੋੜੇ, ਹੱਥ ਬੰਨ੍ਹ ਕੇ ਮੈਂ ਬੇਨਤੀ ਕਰਦਾ ਵੀ ਇਹਨੂੰ ਨਾ ਛੇੜੋ, ਇਹਨੂੰ ਬੈਠਾ ਬੈਠਾ ਰਹਿਣ ਦਿਓ, ਇਹ ਗੁੱਸੇ ਵਾਲਾ ਹੈ, ਇਹਨੇ ਨਹੀਂ ਵੇਖਣਾ ਬੋਲਣ ਲੱਗਿਆ, ਤੁਸੀਂ ਚਲੇ ਜਾਓ, ਇਹ ਮੇਰੀ ਬੇਨਤੀ ਮੰਨੋ। ਬਾਬਾ ਜੀ ਨੂੰ ਭੇਜ ਦਿੱਤਾ। ਤਾਂ ਗੁਰੂ ਸਾਹਿਬ ਨੂੰ ਫਿਰ ਬੇਨਤੀ ਕੀਤੀ, ਕਹਿੰਦੇ ਮਹਾਰਾਜ ਆਪ ਕਿਰਪਾ ਕਰੋ, ਪਰਉਪਕਾਰੀ ਗੁਰੂ ਸਾਹਿਬ, ਸਾਧ ਸੰਗਤ ਜੀਓ, ਖੁਦ ਆਪ ਚੱਲ ਕੇ ਅੰਮ੍ਰਿਤਸਰ ਤੋਂ ਤਰਨਤਾਰਨ, ਤਰਨਤਾਰਨ ਤੋਂ ਗੋਂਦਵਾਲ ਸਾਹਿਬ, ਬੋਲੀ ਸਾਹਿਬ 'ਚ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ। ਤਾਂ ਸਤਿਗੁਰੂ ਅਮਰਦਾਸ ਮਹਾਰਾਜ ਨੇ ਦਰਸ਼ਨ ਦਿੱਤੇ। ਆਖਿਆ ਕਿ ਪੋਥੀਆਂ ਲੈਣ ਆਏ ਹੋ? ਕਹਿੰਦੇ ਜੀ ਹਾਂ। ਪੋਥੀਆਂ ਕਹਿੰਦੇ ਮਿਲ ਜਾਣਗੀਆਂ। ਤੁਸੀਂ ਇੰਝ ਕਰਿਓ, ਜਿਹੜਾ ਬਾਬਾ ਮੋਹਨ ਹੈ ਉਹਨੂੰ ਆਪ ਦੀ ਉਸਤਤੀ ਚੰਗੀ ਲੱਗਦੀ ਹੈ, ਤੁਸੀਂ ਉਹਦੀ ਉਸਤਤੀ ਦਾ ਸ਼ਬਦ ਗਾਇਓ, ਬੈਠ ਕੇ ਕੀਰਤਨ ਕਰਿਓ, ਤੁਹਾਡੀ ਰਸਨਾ 'ਚ ਬਲ ਹੈ, ਪੋਥੀਆਂ ਤੁਹਾਨੂੰ ਮਿਲ ਜਾਣਗੀਆਂ। ਕਹਿੰਦੇ ਜੀ 7 ਵਚਨ। ਗੁਰੂ ਸਾਹਿਬ ਤੋਂ ਵਰ ਪਾ ਕੇ ਉੱਧਰੋਂ ਬਾਬੇ ਮੋਹਨ ਨੂੰ ਗੁਰੂ ਸਾਹਿਬ ਨੇ ਸਮਾਧੀ 'ਚ ਦਰਸ਼ਨ ਦਿੱਤੇ। ਸੁਪਨੇ ਦੇ ਵਿੱਚ ਆਖਿਆ ਮੋਹਨ ਤੇਰੇ ਪੇਟ ਦਰਦ ਹੋ ਰਹੀ ਹੈ ਨਾ? ਕਹਿੰਦਾ ਜੀ ਹਾਂ। ਕਿਰਪਾ ਕਰੋ ਮੇਰੀ ਪੇਟ ਦਰਦ ਸਹੀ ਨਹੀਂ ਹੁੰਦੀ। ਗੁਰੂ ਸਾਹਿਬ ਕਹਿਣ ਲੱਗੇ ਵੀ ਸਾਡੇ 5ਵੇਂ ਸਰੂਪ ਗੁਰੂ ਅਰਜਨ ਸਾਹਿਬ ਜੀ ਬਾਹਰ ਆਏ ਬੈਠੇ ਨੇ, ਜਾਂ ਆਉਣਗੇ, ਅਤੇ ਚੁੱਪ ਕਰਕੇ ਬੰਦਾ ਬਣ ਕੇ ਆਨੀ ਕਾਨੀ ਨਹੀਂ ਕਰਨੀ, ਪੋਥੀਆਂ ਫੜਾ ਦੇਈ ਉਹਨਾਂ ਨੂੰ, ਉਹਨਾਂ ਦੇ ਹੱਥੀਂ ਫੜਾਉਣੀਆਂ, ਕਿਸੇ ਹੋਰ ਨੂੰ ਨਹੀਂ ਫੜਾਉਣੀਆਂ। ਅਤੇ ਜਦ ਤੂੰ ਉਹਨਾਂ ਦੇ ਚਰਨੀ ਹੱਥ ਲਾਏਗਾ ਤੇਰੀ ਪੇਟ ਦਰਦ ਠੀਕ ਹੋ ਜਾਏਗੀ। ਕਿਉਂਕਿ ਜਦ ਸਤਿਗੁਰੂ ਅਮਰਦਾਸ ਜੀ ਮਹਾਰਾਜ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਸੀ, ਤਾਂ ਸਭ ਤੋਂ ਪਹਿਲਾਂ ਮਹਾਰਾਜ ਨੇ ਆਪ ਗੁਰੂ ਰਾਮਦਾਸ ਦੇ ਪੈਰੀਂ ਹੱਥ ਲਾਇਆ। ਬਜ਼ੁਰਗ ਬਾਬਾ ਜੀ 105 ਸਾਲ ਦੀ ਅਵਸਥਾ ਦੇ ਸੀ ਗੁਰੂ ਅਮਰਦਾਸ ਜੀ, ਅਤੇ ਗੁਰੂ ਰਾਮਦਾਸ ਜੀ ਛੋਟੀ ਜਿਹੀ ਉਮਰ ਸੀਗੀ। ਗੁਰਤਾ ਗੱਦੀ ਜੋ ਬਖਸ਼ ਦਿੱਤੀ, ਜੋਤ ਜੂ ਉਹਨਾਂ 'ਚ ਚਲੀ ਗਈ, ਅਤੇ ਗੁਰੂ ਅਮਰਦਾਸ ਜੀ ਨੇ ਆਪ ਮੱਥਾ ਟੇਕਿਆ। ਆਖਿਆ ਆ ਬਾਬਾ ਮੋਹਨ ਆ ਇੱਧਰ ਆ, ਮੈਂ ਤੈਨੂੰ ਗੁਰੂ ਰਾਮਦਾਸ ਦੇ ਪੈਰੀਂ ਪਾਵਾਂ। ਕਹਿੰਦੇ ਜੀ ਨਹੀਂ ਨਹੀਂ, ਆਪਾਂ ਕਿਉਂ ਪੈਰੀਂ ਪਈਏ, ਆਪਾਂ ਤਾਂ ਮਾਲਕ ਹਾਂ ਇਸ ਘਰ ਦੇ, ਇਹ ਤਾਂ ਨੌਕਰ ਹੈ ਸਾਡਾ। ਵਾਹਿਗੁਰੂ ਵਾਹਿਗੁਰੂ, ਸੇਵਾ ਕਰਕੇ ਇਹਨੇ ਵਡਿਆਈ ਲਈ ਹੈ, ਆਪਾਂ ਤਾਂ ਨਹੀਂ ਇਹਦੇ ਪੈਰੀਂ ਪੈਂਦੇ। ਉਹਨੂੰ ਸਾਧੂ ਪੁਣੇ ਸੰਤ ਪੁਣੇ ਦਾ ਮਾਣ ਸੀਗਾ। ਅਤੇ ਮਹਾਰਾਜ ਕਹਿੰਦੇ ਇੰਝ ਨਹੀਂ ਕਰੀਦਾ। ਜਦ ਅਸੀਂ ਮੱਥਾ ਟੇਕ ਦਿੱਤਾ, ਗੁਰਤਾ ਗੱਦੀ ਇਹਨਾਂ ਨੂੰ ਬਖਸ਼ ਦਿੱਤੀ ਹੈ, ਤੁਸੀਂ ਇਹਨਾਂ ਨਾਲ ਮਿਲ ਕੇ ਰਹੋਗੇ, ਤੁਹਾਨੂੰ ਗੁਰੂ ਨਾਨਕ ਸਾਹਿਬ ਸਭ ਕੁਝ ਬਖਸ਼ਣਗੇ, ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆਏਗੀ। ਮੱਥਾ ਟੇਕੋ, ਆਓ ਭਾਈ ਵੀਰ ਬਣ ਕੇ। ਕਹਿੰਦਾ ਜੀ ਨਹੀਂ ਨਹੀਂ,
ਮੈਂ ਤਾਂ ਨਹੀਂ ਮੱਥਾ ਟੇਕਦਾ। ਗੁਰੂ ਸਾਹਿਬ ਨੇ ਬਚਨ ਕਰ ਦਿੱਤਾ ਕਿ ਤੂੰ ਹੰਕਾਰ ਨਾਲ ਆਫਰਿਆ ਹੈ। ਇਹ ਸਾਹਿਬਾਂ ਦਾ ਬਚਨ ਹੋਇਆ। ਉਹਨੂੰ ਫਿਰ ਇਵਾਂ ਹੋ ਗਿਆ ਸੀ, ਪੇਟ ਦਰਦ ਹੋਣ ਲੱਗ ਪਈ ਉਦੋਂ ਤੋਂ। ਫਿਰ ਜਿੰਨਾ ਚਿਰ ਮਹਾਰਾਜ ਜਿਉਂਦੇ ਰਹੇ ਉਹਨਾਂ ਚਿਰ ਤਾਖੇ ਨਹੀਂ ਲੱਗਾ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਫਿਰ ਸੋਝੀ ਆਈ ਕਿ ਗਲਤੀ ਕੀਤੀ ਹੈ। ਫਿਰ ਮਾਫੀਆਂ ਮੰਗੇ। ਫਿਰ ਮਹਾਰਾਜ ਨੇ ਸੁਪਨੇ 'ਚ ਇਹਨੂੰ ਦਰਸ਼ਨ ਦੇ ਕੇ ਬਚਨ ਆਖਿਆ ਸੀਗਾ, ਅਫਰੀਵਾ ਤਾਂ ਹਟੂਗਾ ਜੇ ਤੂੰ ਗੁਰੂ ਅਰਜਨ ਸਾਹਿਬ ਦੇ ਹੁਣ ਟਾਈਮ ਚਲਾ ਗਿਆ ਅਤੇ ਹੁਣ ਗੁਰੂ ਅਰਜਨ ਸਾਹਿਬ ਤੇਰੇ ਕੋਲ ਆਪ ਆਉਣਗੇ ਅਤੇ ਤੂੰ ਧੋਖਾ ਨਾ ਖਾਈ। ਉਹ ਸਾਡਾ ਸਰੂਪ ਹੋਣਗੇ, ਤੂੰ ਉਹਨਾਂ ਦੇ ਚਰਨੀ ਹੱਥ ਲਾ ਕੇ ਆਪ ਦਾ ਫਰੀਵਾ ਦੂਰ ਕਰਨਾ ਹੈ। ਕਹਿੰਦਾ ਜੀ 7 ਬਚਨ। ਪਰ ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸੈਂ ਪੈਰੀ ਪਾਏ ਜੀਓ। ਬਾਬੇ ਮੋਹਰੀ ਨੇ ਗੁਰੂ ਰਾਮਦਾਸ ਦੇ ਪੈਰ ਫੜ ਲਏ ਸਨ, ਸਨਮੁਖ ਹੋ ਗਿਆ। ਉਹਦੇ 'ਤੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਬਾਕੀ ਸਾਰੀ ਸੰਗਤ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ, ਭਾਈ ਲਾਈਨ ਲਾ ਲਓ, ਬਾਬਾ ਬੁੱਢਾ ਜੀ ਆਓ ਤੁਸੀਂ ਵੀ ਮਹਾਰਾਜ ਦੇ ਪੈਰੀਂ ਹੱਥ ਲਾਓ, ਚਰਨਾਂ 'ਤੇ ਮੱਥਾ ਟੇਕੋ। ਸਾਰੀ ਸੰਗਤ ਨੂੰ ਆਖਿਆ ਵੀ ਲਾਈਨ ਲਾਓ, ਵਾਰੀ ਵਾਰੀ ਆਓ ਭਾਈ, ਪੇਟਾ ਰੱਖੋ, ਮੱਥਾ ਟੇਕੋ। ਇਉਂ ਗੁਰੂ ਅਮਰਦਾਸ ਮਹਾਰਾਜ ਨੇ ਸਭ ਸੰਗਤ ਨੂੰ ਗੁਰੂ ਰਾਮਦਾਸ ਦੇ ਚਰਨੀ ਲਾਇਆ, ਖੁਦਾ ਵਡਿਆਈ ਬਖਸ਼ੀ। ਇਉਂ ਬਾਬਾ ਮੋਹਨ ਜੀ ਦੀ ਗੁਰੂ ਅਰਜਨ ਸਾਹਿਬ ਨੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਸ਼ਬਦ ਉਚਾਰ ਕਰਕੇ ਕੀਰਤਨ ਦੁਆਰਾ ਉਸਤਤੀ ਕੀਤੀ। ਮੋਹਨ ਨਾਮ ਦੀ ਇਹਨਾਂ ਦੇ ਮਨ 'ਚ ਹੰਗਤਾ ਸੀ। ਇਹਨਾਂ ਆਪ ਦੀ ਉਸਤਤੀ ਸਮਝ ਕੇ ਪੋਥੀਆਂ ਗੁਰੂ ਸਾਹਿਬ ਨੂੰ ਭੇਟਾ ਕਰ ਦਿੱਤੀਆਂ। ਬਲਕਿ ਮੋਹਨ ਨਾਮ ਹੈ ਪਰਮਾਤਮਾ ਦਾ। ਸਤਿਗੁਰੂ ਅਰਜਨ ਦੇਵ ਜੀ ਦਾ ਧਿਆਨ ਬਾਬੇ ਮੋਹਨ ਦੇ ਪੈਰਾਂ 'ਚ ਨਹੀਂ ਸੀਗਾ, ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ 'ਚ ਸੀਗਾ। ਜਦ ਵੀ ਬਾਣੀ ਉਚਾਰ ਰਹੇ ਸਨ, ਕੋਈ ਵੀ ਕੀਰਤਨ ਕਰਦੇ ਤਾਂ ਗੁਰੂ ਮਹਾਰਾਜ ਦਾ ਚਰਨਾਂ ਦਾ ਧਿਆਨ ਵਾਹਿਗੁਰੂ ਜੀ ਦੇ ਚਰਨਾਂ 'ਚ ਹੁੰਦਾ। ਆਪਦੇ ਨੇਤਰਾਂ ਦੇ ਵਿੱਚ ਕਿਸੇ ਦੁਨਿਆਵੀ ਪੁਰਖ ਦਾ ਧਿਆਨ ਨਹੀਂ ਧਾਰਦੇ। ਜਦ ਵੀ ਗੁਰੂ ਨਾਨਕ ਸਾਹਿਬ ਜੀ ਵੀ ਸ਼ਬਦ ਉਚਾਰਦੇ, ਜਿਵੇਂ ਕਲਯੁਗ ਦੇ ਪ੍ਰਥਾਏ ਸ਼ਬਦ ਉਚਾਰ ਰਹੇ ਸਨ ਕਿ ਆ ਮੋਤੀ ਦਾ ਮੰਦਰ ਉਸਰੈ, ਰਤਨੀ ਦਾ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੈ ਚਾਓ, ਮਤ ਦੇਖ ਪੂਲਾ ਵਿਸਰੈ ਤੇਰਾ ਚੇਤਨ ਆਵੈ ਨਾਉ। ਸਾਹਮਣੇ ਕਲਯੁਗ ਨੂੰ ਬਿਠਾਇਆ ਹੋਇਆ, ਉਹਨੂੰ ਸਾਹਮਣੇ ਬਿਠਾ ਕੇ ਸ਼ਬਦ ਉਚਾਰ ਰਹੇ ਨੇ। ਧਿਆਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਹੈ। ਸਮਾਧੀ ਸੱਚਖੰਡ ਵਿੱਚ ਲੱਗੀ ਹੋਈ ਹੈ, ਸਾਹਮਣੇ ਕਲਯੁਗ ਬੈਠਾ। ਇਉਂ ਉਪਦੇਸ਼ ਸੰਗਤਾਂ ਨੂੰ ਦਿੰਦੇ ਹੁੰਦੇ, ਪਰ ਚਿੱਤ ਮਹਾਰਾਜ ਦਾ ਵਾਹਿਗੁਰੂ ਦੇ ਚਰਨਾਂ ਜੁੜਿਆ ਹੁੰਦਾ ਕਦੀ ਵੀ, ਹਮੇਸ਼ਾ ਹੀ। ਧੰਨ ਗੁਰੂ ਰਾਮਦਾਸ ਜੀ ਵੀ ਬਾਣੀ ਇਸੇ ਤਰ੍ਹਾਂ ਉਚਾਰਦੇ ਸੀ। ਵੈਰਾਗ ਦੇ ਜਲ ਨਾਲ ਕਟੋਰੇ ਭਰ ਜਾਇਆ ਕਰਦੇ ਸਨ। ਇੰਨਾ ਪਿਆਰ ਵਿੱਚ ਪ੍ਰਭੂ ਦੇ ਚਿੰਤਨ ਵਿੱਚ ਬਾਣੀ ਉਚਾਰਦੇ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਨੀਆਲੇ ਅਨੀਆ ਰਾਮ ਰਾਜੇ, ਜਿਸ ਲਾਗੀ ਪੀਰ ਪਰਾਮਗੀ ਸੋ ਜਾਣੈ ਜਰੀਆ। ਸੋ ਪ੍ਰਥਾਏ ਕਲਯੁਗ ਦੇ ਉਚਾਰਿਆ, ਪਰ ਤੇਰਾ ਚੇਤਨ ਆਵੈ ਨਾਉ, ਵਾਹਿਗੁਰੂ ਨੂੰ ਤੇਰਾ ਆਖਿਆ ਕਿ ਹੇ ਪ੍ਰਮਾਤਮਾ, ਮਤਾ ਇਹ ਕਲਯੁਗ ਦੀ ਮੈਂ ਭੇਟਾ ਲੈ ਲਈ, ਤੇਰਾ ਨਾਮ ਹੀ ਸਾਡੇ ਚਿੱਤ ਵਿੱਚ ਨਾ ਆਵੇ, ਸਾਨੂੰ ਤਾਂ ਤੇਰਾ ਨਾਮ ਚਾਹੀਦਾ। ਜਾਂ ਹੇ ਕਲਯੁਗ, ਤੇਰਾ ਨਾਮ ਸਾਨੂੰ ਚੇਤੇ ਨਹੀਂ ਆਉਣਾ ਚਾਹੀਦਾ, ਅਸੀਂ ਤਾਂ ਰੱਬ ਦਾ ਨਾਮ ਲੈਂਦੇ। ਸੋ ਰਹੋ ਵਿਚਾਰ। ਮੋਹਨ ਨਾਮ ਹੈ ਮੋਹਨ, ਜਿਹੜਾ ਮੋਹ ਨੂੰ ਨਾਸ਼ ਕਰਨੇ ਵਾਲਾ, ਸੋ ਹੈ ਪ੍ਰਮਾਤਮਾ। ਉਹਦੇ ਉੱਚੇ ਮੰਦਰ ਮਹਿਲ ਉਪਾਰਾ ਕਿਹੜਿਆ ਗੁਰਦੁਆਰਾ ਵੇਖੋ ਕਿੱਡਾ ਉੱਚਾ ਹੈ। ਵੱਡਾ ਤੇਰਾ ਦਰਬਾਰ, ਸੱਚਾ ਤੋਂ ਤਖਤ, ਸਿਰ ਸਾਹਾਂ ਬਾਦਸ਼ਾਹੋ, ਨੇਚਲ ਚੌਰ ਛਤ, ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ, ਜੀ ਅੰਦਰ ਜੀਓ ਸਭ ਕੁਝ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਘਰ ਭਲਾ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਮਨ ਮਹੱਤਾ ਤੇਜ ਆਪਣਾ ਆਪ ਜਰ, ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ। ਵੱਡਾ ਸਾਹਿਬ, ਉੱਚਾ ਥਾਂ, ਇਹ ਸੰਗਤ ਰੂਪੀ ਉੱਚੇ ਮੰਦਰ ਮਹਿਲ ਅਪਾਰੇ। ਚੁਬਾਰਾ ਸਾਹਿਬ ਗੁਰੂ ਅਮਰਦਾਸ ਜੀ ਦਾ ਸਥਾਨ ਬੜਾ ਉੱਚਾ। ਇਉਂ ਬਾਬਾ ਮੋਹਨ ਜੀ ਪੋਥੀ ਸਾਹਿਬ ਲੈ ਕੇ ਹਾਜ਼ਰ ਹੋਏ। ਗੁਰੂ ਜੀ ਦੇ ਚਰਨਾਂ 'ਤੇ ਉੱਪਰ ਹੱਥ ਰੱਖ ਕੇ ਮੱਥਾ ਟੇਕਿਆ ਅਤੇ ਅਫਰੀਵਾਂ ਦੂਰ ਹੋਇਆ। ਸੋ ਪੋਥੀਆਂ ਸਾਹਿਬ ਲੈ ਕੇ ਪਾਲਕੀ ਸੇ ਸੁਸ਼ੋਭਿਤ ਕਰਕੇ ਨੰਗੇ ਚਰਨੀ ਸ੍ਰੀ ਗੁਰੂ ਅਰਜਨ ਦੇਵ ਜੀ ਚੌਰ ਸਾਹਿਬ ਦੀ ਸੇਵਾ ਨਿਭਾਉਂਦੇ ਅੰਮ੍ਰਿਤਸਰ ਗੁਰਦੁਆਰਾ 68 ਘਾਟ 'ਤੇ ਪਹੁੰਚੇ। ਸਾਰੀ ਰਾਤ ਅਖੰਡ ਕੀਰਤਨ ਹੁੰਦਾ ਰਿਹਾ। ਬਾਬਾ ਬੁੱਢਾ ਜੀ ਨੂੰ ਚੌਰ ਦੀ ਸੇਵਾ 'ਤੇ ਲਾ ਕੇ ਆਪ ਰਾਤ ਗੁਰੂ ਸਾਹਿਬ ਜੀ ਗੁਰਦੁਆਰਾ ਗੁਰੂ ਕੀ ਮਹਿਲਾਂ ਵਿਖੇ ਵਿਸ਼ਰਾਮ ਕਰਨ ਚਲੇ ਗਏ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਫਿਰ
ਪੋਥੀ ਸਾਹਿਬ ਦੇ ਪਾਸ ਹਾਜ਼ਰ ਹੋਏ। ਆਖਿਆ ਬਾਬਾ ਬੁੱਢਾ ਜੀ ਪੋਥੀ ਸਾਹਿਬ ਪ੍ਰਕਾਸ਼ ਕਰੋ, ਹੁਕਮਨਾਮਾ ਲਓ। ਹੁਕਮਨਾਮਾ ਆਇਆ, ਸਾਰਗ ਮਹੱਲਾ ਪੰਜਵਾ, ਪੋਥੀ ਪਰਮੇਸ਼ਰ ਕਾ ਥਾਨ। ਸ਼ਾਇਦ ਚੌਥਾ ਮਹੱਲਾ ਹੋਵੇਗਾ। ਸਾਰਗ ਮਹੱਲਾ ਚੌਥਾ, ਪੋਥੀ ਪਰਮੇਸ਼ਰ ਕਾ ਥਾਨ। ਕਿ ਪੋਥੀ ਸਾਹਿਬ ਵਾਹਿਗੁਰੂ ਦੀ ਜੋਤ ਹੈ, ਮਹਾਰਾਜ ਦੇ ਰਹਿਣ ਦੀ ਜਗ੍ਹਾ ਹੈ। ਫਿਰ ਉੱਥੋਂ ਨਗਰ ਕੀਰਤਨ ਦੇ ਰੂਪ ਵਿੱਚ ਰਾਮਸਰ ਸਾਹਿਬ ਆਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕਰਕੇ ਸੰਮਤ 1661 ਬਿਕਰਮੀ ਭਾਦਰੋਂ ਸੁਦੀ ਏਕਮ ਵਾਲੇ ਦਿਨ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਦੀ ਸੇਵਾ ਲਾਈ। ਹੁਕਮਨਾਮਾ ਲਿਆ, ਸੋਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ, ਪੂਰਨ ਪੁਰਖੈ ਚੁੱਤ ਬਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਇਹ 4 ਪਦਿਆਂ ਵਾਲਾ ਪਾਵਨ ਸ਼ਬਦ ਹੁਕਮਨਾਮਾ ਸਰਵਣ ਕਰਾਇਆ ਬਾਬਾ ਬੁੱਢਾ ਸਾਹਿਬ ਜੀ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਤੇ 17 ਭੱਟਾਂ ਦੀ ਬਾਣੀ ਦਰਜ ਕੀਤੀ, ਜਿਹੜੇ ਵਾਹਿਗੁਰੂ ਨੂੰ ਪਹੁੰਚੇ ਹੋਏ ਸਨ, ਮਹਾਰਾਜ ਦੇ ਵਿੱਚ ਮਿਲੇ ਹੋਏ ਸਨ। ਬਾਕੀ ਕਾਨਾ, ਪੀਲੋ, ਸ਼ਾਹ ਹੁਸੈਨ, ਇਹਨਾਂ ਦੀ ਬਾਣੀ ਗੁਰੂ ਮਹਾਰਾਜ ਨੇ ਖਾਰਜ ਕਰ ਦਿੱਤੀ। ਜਿਹੜਾ ਕਾਨਾ ਸੀਗਾ, ਇਹ ਬੜੇ ਮਾਣ ਦੇ ਨਾਲ, ਬੜੇ ਹੰਕਾਰ ਦੇ ਨਾਲ ਗੁਰੂ ਸਾਹਿਬ ਨੂੰ ਬਾਣੀ ਸੁਣਾਉਣ ਵਾਸਤੇ ਦਰਜ ਕਰਾਉਣ ਲਈ ਆਇਆ। ਕਹਿਣ ਲੱਗਾ ਜੀ ਮੈਨੂੰ 10ਵੇਂ ਦਵਾਰ ਦੀ ਪ੍ਰਾਪਤੀ ਹੈ, 500 ਸਾਲ ਮੇਰੀ ਉਮਰ ਹੈ, ਅਤੇ ਮੈਂ ਵੀ ਬੜਾ ਵੱਡਾ ਭਗਤ ਹਾਂ, ਤੁਸੀਂ ਮੈਨੂੰ ਬੁਲਾਇਆ ਨਹੀਂ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਆਪ ਆ ਗਏ, ਹਾਂਜੀ ਸੁਣਾਓ ਬਾਣੀ। ਕਹਿੰਦਾ ਮੈਂ ਉਹੀ ਰੇ, ਮੈਂ ਉਹੀ ਰੇ, ਜਾਕੋ ਵੇਦ ਪੁਰਾਣ ਸਭ ਗਾਵੈ, ਖੋਜਤ ਖੋਜ ਨਾ ਕੋਈ ਰੇ, ਜਾਕੋ ਨਾਰਦ ਸਾਰਦ ਸੇਵੈ, ਸੇਵੈ ਦੇਵੀ ਦੇਵਾ ਰੇ, ਕਹਿ ਕਾਨਾ ਮਮ ਅਸ ਸਰੂਪ ਹੈ, ਅਪਰੰਪਰ ਅਲਖ ਭੇਵਾ ਰੇ। ਮਹਾਰਾਜ ਕਹਿੰਦੇ ਨਹੀਂ ਭਾਈ, ਇਹਦੇ 'ਚੋਂ ਹੰਗਤਾ ਦੀ ਬਹੂ ਆ ਰਹੀ ਹੈ, ਇਹਦੇ ਵਿੱਚੋਂ ਮੈਂ ਦੀ ਬਦਬੂ ਆ ਰਹੀ ਹੈ। ਕਬੀਰ ਤੂੰ ਕਰਤਾ ਤੂੰ ਹੁਆ, ਗੱਲ ਉਹੀ ਹੈ ਵੀ ਰੱਬ ਦਾ ਰੂਪ ਬਣ ਗਿਆ, ਪਰ ਮੈਂ ਨਹੀਂ ਆਖਿਆ, ਤੂੰ ਆਖਿਆ, ਤਾਂ ਕਿ ਮਨ 'ਚ ਮਾਣ ਨਾ ਆਏ। ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਹ ਬਾਣੀ ਪ੍ਰਵਾਨ ਨਹੀਂ ਕੀਤੀ। ਪੀਲੋ ਨੂੰ ਆਖਿਆ, ਕਹਿੰਦਾ ਪੀਲੋ ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੂਏ, ਉਹਨਾਂ ਚਿੱਕੜ ਪਾਪ ਨਾ ਬੋੜਿਆ, ਨਾ ਆਲੂਦ ਪਏ। ਮਹਾਰਾਜ ਕਹਿੰਦੇ ਨਹੀਂ ਭਾਈ, ਇਹ ਵੀ ਬਾਣੀ ਸਾਡੇ ਮੁਤਾਬਕ ਨਹੀਂ ਹੈ। ਸੋ ਮਹਾਰਾਜ ਦੇ ਭਾਣੇ ਵਿੱਚ ਰਹਿ ਕੇ ਤੇ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ। ਇੰਜ ਸਤਿਗੁਰੂ ਜੀ ਨੇ ਸਾਧ ਸੰਗਤ ਜੀਓ ਇਹਦੀ ਬਾਣੀ ਨੂੰ ਵੀ ਖਾਰਜ ਕਰ ਦਿੱਤਾ। ਤੇ ਇੱਕ ਨੇ ਹੋਰ ਨੇ ਬਾਣੀ ਸੁਣਾਈ, ਤੇ ਉਹਨੇ ਬੀਬੀਆਂ ਦੀ ਨਿੰਦਿਆ ਕਰੀ ਦੀ ਤੀ। ਕਹਿਣ ਲੱਗਾ ਜੀ ਆਪਦੀ ਉਹਨੇ ਸੋ ਬਾਣੀ ਦੇ ਵਿੱਚ ਗ੍ਰਸਤਪੁਣੇ ਦੀ ਨਿੰਦਿਆ ਕੀਤੀ। ਹਾਂ, ਪੀਲੋ ਦੇ ਬਚਨ ਦੇ ਵਿੱਚ ਹੀ ਹੈ, ਪੀਲੋ ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੋਏ, ਉਹਨਾਂ ਚਿੱਕੜ ਪਾਵਨਾ, ਚਿੱਕੜ ਦਾ ਮਤਲਬ ਗ੍ਰਸਤ ਨੂੰ ਆਖਿਆ, ਕਿਉਂਕਿ ਪੁਰਾਣੀ ਜੋਗੀਆਂ ਨੇ, ਰਿਖੀਆਂ ਮੁਨੀਆਂ ਨੇ ਇਹਨੂੰ ਚਿੱਕੜ ਆਖਿਆ ਹੈ, ਜਿੱਲਣ ਆਖਿਆ, ਘੁੰਮਣ ਘੇਰੀ ਆਖਿਆ। ਤੇ ਜਿਸ ਵਕਤ ਚਿੱਕੜ ਲਵਜਾ ਗਿਆ ਤੇ ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਗ੍ਰਸਤੀ ਸਿੱਖ ਚਰਨੀ ਪਾਉਣੇ ਨੇ, ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ, ਤੇ ਤੇਰੀ ਬਾਣੀ ਗੁਰਮਤਿ ਮੁਤਾਬਕ ਨਹੀਂ ਹੈ। ਫਿਰ ਸ਼ਾਹ ਸੈਣ ਬੋਲਿਆ, ਕਹਿੰਦਾ ਚੁੱਪ ਵੇੜਿਆ, ਚੁੱਪ ਵੇੜਿਆ, ਬੋਲਣ ਦੀ ਨਹੀਂ ਜਾਏ ਵੇੜਿਆ ਸੱਜਣਾ, ਬੋਲਣ ਦੀ ਜਾਏ ਨਾਹੀਂ, ਅੰਦਰ ਬਾਹਰ ਏਕਾ ਸਾਈ। ਸੋ ਮਹਾਰਾਜ ਕਹਿੰਦੇ ਤੂੰ ਚੁੱਪ ਹੀ ਰਹੋ ਤਾਂ ਚੰਗਾ ਭਾਈ। ਇਸ ਤਰੀਕੇ ਦੇ ਨਾਲ ਜਿਨ੍ਹਾਂ ਦੀ ਬਾਣੀ ਗੁਰਮਤਿ ਮੁਤਾਬਕ ਨਹੀਂ ਸੀ, ਜੋ ਵਾਹਿਗੁਰੂ ਦੇ ਵਿੱਚ ਇਕਮਿਕ ਨਹੀਂ ਸਨ ਹੋਏ, ਉਹਨਾਂ ਦੀ ਗੁਰਬਾਣੀ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ
ਬੁੱਲੇ ਸ਼ਾਹ ਦੀਆਂ ਕਾਫੀਆਂ ਵੀ ਮਿਲਦੀਆਂ ਨੇ, ਫਰੀਦ ਸਾਹਿਬ ਦੇ ਸ਼ਲੋਕ ਵੀ ਮਿਲਦੇ ਨੇ। ਕਬੀਰ ਜੀ ਦੀ ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈ ਉਨੀ ਮਹਾਰਾਜ ਦੇ ਅੰਦਰ ਨਹੀਂ ਹੈ। ਹਿੰਦੀ ਦੇ ਬੜੇ ਸ਼ਲੋਕ ਨੇ, ਪਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੋ ਗਈ ਉਹੀ ਸੱਚੀ ਬਾਣੀ ਦਾ ਖਿਤਾਬ ਹੈ। ਅਤੇ ਬਾਕੀ ਜਿਹੜੀ ਬਾਹਰ ਹੈ ਭਾਵੇਂ ਕਿਸੇ ਦੀ ਵੀ ਹੈ, ਕਬੀਰ ਜੀ ਦੀ ਹੈ, ਫਰੀਦ ਜੀ ਦੀ ਕਹਿੰਦੇ ਨੇ, ਜਾਂ ਬੁੱਲੇ ਦੀਆਂ ਕਾਫੀਆਂ, ਉਹਨੂੰ ਕੱਚੀ ਬਾਣੀ ਮੰਨਣਾ ਹੈ। ਉਹਨਾਂ ਕਵਿਤਾਵਾਂ ਦਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਕਰਨਾ ਮੁਨਾਸਬ ਨਹੀਂ ਹੈ, ਕਿਉਂਕਿ ਸੱਚਖੰਡ ਹਰਿਮੰਦਰ ਸਾਹਿਬ ਦੇ ਅੰਦਰ ਮਨਾਹੀ ਹੈ। ਫਿਰ ਤਾਂ ਗੁਰਦੁਆਰਿਆਂ 'ਚ ਤਾਂ ਪੀਰਾਂ ਦੀਆਂ ਕਬਰਾਂ 'ਚ ਕੋਈ ਫਰਕ ਨਾ ਰਹਿ ਗਿਆ। ਪੀਰਾਂ ਦੀਆਂ ਮਜ਼ਾਰਾਂ ਦੇ ਮੇਲੇ ਲੱਗਦੇ ਨੇ, ਉੱਥੇ ਵੀ ਇਸ ਤਰ੍ਹਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ। ਤਾਂ ਕਈ ਕਹਿੰਦੇ ਅਸੀਂ ਤਾਂ ਸੂਫੀ ਕਾਵਿ ਗਾਉਂਦੇ ਹਾਂ ਜੀ, ਅਸੀਂ ਵੀ ਸੂਫੀ ਹਾਂ ਜੀ। ਪਰ ਉਹ ਲਾਲਚੀ ਮਨੁੱਖ ਜਿਹੜੇ ਗਾਇਕੀ ਕਰਦੇ ਹਨ ਪੈਸੇ ਲੈ ਕੇ, ਅਤੇ ਵਿੱਚ ਹੀ ਗੰਦੇ ਮੰਦੇ ਗਾਣੇ, ਵਿੱਚ ਹੀ ਉਹ ਸੂਫੀ ਕਾਵਿ ਦੇ ਨਾਮ ਦੇ। ਸਾਧ ਸੰਗਤ ਜੀ ਉਹ ਗੁਰੂ ਘਰ ਦੇ ਵਿੱਚ ਐਸੀ ਗਾਇਕੀ ਪ੍ਰਵਾਨ ਨਹੀਂ ਹੈ। ਵੈਰਾਗਮਈ ਅਤੇ ਪ੍ਰੇਮ ਦੇ ਸਹਿਤ ਸ਼ਰਧਾ ਸੰਯੁਕਤ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਾਣੀ ਦਰਜ ਹੈ, ਉਹਨੂੰ ਸਲਿਮ ਰਾਗਾਂ ਦੇ ਵਿੱਚ, ਸਲਿਮ ਟਿਊਨਾਂ ਦੇ ਬੜੇ ਆਹਿਸਤਾ ਲਹਿਜੇ ਦੇ ਵਿੱਚ, ਬਿਨਾਂ ਕਿਸੇ ਕਲਾਕਾਰੀ ਦਿਖਾਉਣ ਤੋਂ, ਅਤੇ ਸਹਿਜ ਦੇ ਵਿੱਚ ਗੁਰਬਾਣੀ ਨੇ ਸਹਿਜ ਸਿਖਾਇਆ ਸ਼ਰਧਾ ਪਿਆਰ ਦੇ ਨਾਲ ਇਸ ਦਾ ਗਾਇਨ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਤਿਗੁਰੂ ਤੋਂ ਬਿਨਾਂ ਹੋਰ ਜਿਹੜੀ ਬਾਣੀ ਹੈ ਉਹ ਕੱਚੀ ਬਾਣੀ ਹੈ। ਜਿਹੜੀ ਗੁਰੂ ਜੀ ਦੀ ਸੱਚੀ ਬਾਣੀ ਹੈ ਇਹਨੂੰ ਗਾਉਣਾ ਕਰੋ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋ। ਸੱਚੇ ਗੁਰੂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਬਾਣੀ ਤੋਂ ਬਿਨਾਂ ਹੋਰ ਸਾਰੀ ਬਾਣੀ ਕਚਿਆਈ ਵਾਲੀ ਹੈ। ਹੋਰ ਕੱਚੀ ਬਾਣੀ, ਹੋਰ ਬਾਣੀ ਦਾ ਪਰਮੇਸ਼ਰ ਵੱਲੋਂ ਤੋੜਨ ਵਾਲੀ ਹੋਣ ਕਰਕੇ ਕਚਿਆਈ ਵਾਲੀ ਬਾਣੀ ਹੈ। ਜਾਂ ਇਸੇ ਪ੍ਰਕਾਰ ਹੋਰ ਕੱਚੀ ਬਾਣੀ, ਹੋਰ ਨਾਨਾ ਤਰ੍ਹਾਂ ਦੀ ਉਪਾਸਨਾ ਦੱਸਣ ਵਾਲੀ, ਜਾਂ ਨਾਨਾ ਤਰ੍ਹਾਂ ਦੇ ਦੁਨਿਆਵੀ ਕਰਤੱਬਾਂ ਨੂੰ ਦੱਸਣ ਵਾਲੀ, ਕਥਨ ਕਰਨ ਵਾਲੀ ਕੱਚੀ ਬਾਣੀ ਹੈ। ਇਸੇ ਪ੍ਰਕਾਰ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ। ਸੱਚ ਸਰੂਪ ਤੇ ਪੂਜਨੀਕ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੀ ਮਹਿਮਾ ਤੋਂ ਬਗੈਰ ਹੋਰ ਸਭ ਬਾਣੀ ਕੱਚੀ ਹੈ। ਰਾਧਾ ਸੁਆਮੀਆਂ ਨੇ ਵੀ ਕਵਿਤਾਵਾਂ ਲਿਖੀਆਂ ਨੇ। ਸਰਸੇ ਵਾਲਾ ਵੀ, ਮੈਂ ਇੱਕ ਵਾਰ ਇੰਨਾ ਮੂਰਖ ਬੰਦਾ ਅਤੇ ਸਾਉਣ ਮਹੀਨੇ ਦਾ ਗਾਉਣ ਗਾਉਂਦਾ ਵੇਖਿਆ, ਨਾ ਕੋਈ ਸੁਰ, ਨਾ ਲੈ, ਨਾ ਤਾਲ, ਨਾ ਗੱਲ, ਨਾ ਬਾਤ, ਅਤੇ ਨਾਲੇ ਨੱਚੀ ਗਿਆ ਅਤੇ ਨਾਲੇ ਗਾਈ ਗਿਆ, ਦੂਜਿਆਂ ਨੂੰ ਵੀ ਨਹੀਂ ਚਾਹੁੰਦਾ। ਤੋ ਜਿੱਥੇ ਮਨ ਦੀ ਸ਼ਾਂਤੀ ਨਹੀਂ, ਪ੍ਰਭੂ ਦਾ ਪ੍ਰੇਮ ਨਹੀਂ, ਗਾਉਣ ਵਜਾਉਣ ਦਾ ਕੀ ਮਤਲਬ ਹੈ। ਮੰਦਰਾਂ ਦੇ ਵਿੱਚ ਵੀ ਲੋਕ ਆ ਜਨਮ ਅਸ਼ਟਮੀ ਵਾਲੇ ਦਿਨ ਨਾਲੇ ਗਾਉਂਦੇ ਨੇ, ਨਾਲੇ ਤਾੜੀ ਮਾਰਦੇ, ਨਾਲੇ ਨੱਚਦੇ ਨੇ। ਹਿੰਦੂ ਮੱਤ ਦੇ ਵਿੱਚ ਨੱਚਣਾ ਅਤੇ ਗਾਉਣਾ ਅਤੇ ਇਹ ਮੰਨਿਆ ਗਿਆ। ਮੁਸਲਮਾਨ ਗਾਉਂਦੇ ਤਾਂ ਸਹੀ, ਪਰ ਨੱਚਣਾ ਉਹਨਾਂ ਦੇ ਵੀ ਮਨਾ ਹੈ। ਗੁਰੂ ਘਰ ਦੇ ਵਿੱਚ ਸੋ ਮਹਾਰਾਜ ਦੀ ਬਾਣੀ ਦਾ ਕੀਰਤਨ ਤਾਂ ਗਾਇਨ ਕਰਨ ਦੀ ਆਗਿਆ ਹੈ, ਅਤੇ ਬਾਕੀ ਸੰਗਤਾਂ ਆਹਿਸਤਾ ਆਹਿਸਤਾ ਆਪਦੇ ਮੂੰਹ ਦੇ ਵਿੱਚ, ਜਾਂ ਜੇ ਰਾਗੀ ਸਿੰਘ ਇਜਾਜ਼ਤ ਦੇਣ ਤਾਂ ਉੱਚੀ ਬੋਲ ਕੇ ਨਾਲ ਆਵਾਜ਼ ਮਿਲਾ ਕੇ ਕੀਰਤਨ ਗਾ ਤਾਂ ਸਕਦੀਆਂ ਨੇ, ਪਰ ਨੱਚਣ ਦੀ ਮਨਾਹੀ ਹੈ। ਨੱਚਣ ਨਾਲ ਮਨ ਚੰਚਲ ਹੁੰਦਾ। ਮਨ ਨੇ ਆਖਿਆ ਨੱਚਣ ਕੁੱਦਣ ਮਨ ਕਾ ਚਾਓ। ਕਈ ਕਹਿੰਦੇ ਮਹਾਰਾਜ ਨੇ ਵੀ ਵੇਖੋ ਇਜਾਜ਼ਤ ਦਿੱਤੀ, ਇਹਦੇ 'ਚ ਨੱਚਣ ਅਤੇ ਕੁੱਦਣ ਦੀ ਇਜਾਜ਼ਤ ਨਹੀਂ ਹੈ, ਮਨ ਦਾ ਚਾਓ ਲਿਖਿਆ ਹੈ, ਭਗਤੀ ਨਹੀਂ ਲਿਖੀ। ਤੋ ਨਾਨਕ ਜਿਨ ਮਨ ਭਾਓ ਤੇ ਨਾ ਮਨ ਭਾਓ, ਜਿਨ੍ਹਾਂ ਦੇ ਮਨ ਵਿੱਚ ਮਹਾਰਾਜ ਦਾ ਡਰ ਹੈ ਉਹਨਾਂ ਦੇ ਮਨ ਵਿੱਚ ਹੀ ਪ੍ਰੇਮ ਪੈਦਾ ਹੁੰਦਾ। ਤੋ ਇਸ ਵਾਸਤੇ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਜਿਹੜੀ ਕੱਚੀ ਬਾਣੀ ਹੈ ਅਧੋਗਤੀ ਨੂੰ ਪਹੁੰਚਾਉਣ ਵਾਲੀ ਹੈ। ਹੋਰ ਜਿਹੜੇ ਪਖੰਡੀ ਗੁਰੂ, ਅਧੂਰੇ ਗੁਰੂ ਨੇ, ਉਹਨਾਂ ਦੀ ਉਚਾਰੀ ਹੋਈ, ਕਈਆਂ ਨੇ ਅਵਤਾਰ ਬਾਣੀ ਲਿਖੀ ਹੈ। ਅਤੇ ਉਹ ਐਸੀਆਂ ਬਾਣੀਆਂ ਕੱਚੀਆਂ ਨੂੰ ਪੜ੍ਹਨ ਤੋਂ ਅਧੋਗਤੀ ਨੂੰ ਜਾਈਦਾ, ਜਿਹਦੇ 'ਚ ਪ੍ਰਭੂ ਦੇ ਨਾਮ ਦੀ ਮਹਿਮਾ ਨਹੀਂ ਹੈ ਅਤੇ ਸੱਚੇ ਗੁਰੂ ਦੀ ਮਹਿਮਾ ਨਹੀਂ ਹੈ, ਉਸ ਬਾਣੀ ਨੂੰ ਕੱਚੀ ਆਖਿਆ ਗਿਆ। ਸੋ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਪੜ੍ਹਨਾ ਅਤੇ ਸੁਣਨਾ ਹੈ। ਹੋਰ ਕੱਚੀ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ
ਬਾਕੀ ਸਭ ਬਾਣੀਆਂ ਕੱਚੀਆਂ ਹਨ। ਕਹਿੰਦੇ ਕੱਚੇ ਸੁਣਦੇ ਕੱਚੇ। ਉਹ ਕਵਿਤਾ ਰੂਪ ਰਚੀ ਬਾਣੀ ਨੂੰ ਵਿਕਾਰੀ ਚਿੱਤ ਹੋਣ ਕਰਕੇ ਕਹਿਣ ਤੇ ਪੜ੍ਹਨ ਵਾਲੇ ਵੀ ਕੱਚੇ ਤੇ ਸੁਣਨ ਵਾਲੇ ਵੀ ਕੱਚੇ ਹਨ। ਕੱਚੀ ਆਖ ਬਖਾਣੀ। ਕਿਉਂਕਿ ਉਹ ਬਾਣੀ ਕੱਚਿਆਂ ਨੇ ਮੂੰਹੋਂ ਕਥਨ ਕੀਤੀ, ਉਹਨਾਂ ਦੀ ਪੱਕੀ ਅਵਸਥਾ ਨਹੀਂ ਹੈ ਬ੍ਰਹਮ ਗਿਆਨ ਵਾਲੀ। ਉਹ ਤਾਂ ਆਪ ਵਿਕਾਰੀ ਬੰਦੇ ਨੇ, ਜੇਲਾਂ ਦੀ ਹਵਾ ਖਾ ਰਹੇ ਨੇ। ਉਹਨਾਂ ਦੀ ਉਚਾਰੀ ਕਵਿਤਾ ਪੜ੍ਹਨ ਤੋਂ ਦੱਸੋ ਕਿਵੇਂ ਮੁਕਤੀ ਹੋ ਸਕਦੀ ਹੈ। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖੇ ਨਹੀਂ ਵਹਨ, ਜੋ ਜੋ ਵੰਜਿਆ ਢੀਹੜਾ, ਸੋ ਉਮਰ ਹੱਥ ਪਵਨ। ਪੱਕੇ ਬ੍ਰਹਮ ਗਿਆਨੀ ਸੋ ਸੰਤ ਭਗਤ ਜਿਨ੍ਹਾਂ ਦੀ ਬਾਣੀ ਨੂੰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ ਪ੍ਰਮਾਣ ਕੀਤਾ, ਕਬੀਰ ਸਾਹਿਬ ਜੀ ਵਰਗੇ ਸੰਤ, ਰਵਿਦਾਸ ਜੀ ਵਰਗੇ, ਉਹਨਾਂ ਦੀ ਬਾਣੀ ਹੀ ਸੱਚੀ ਹੈ, ਉਹਨਾਂ ਨੂੰ ਹੀ ਗਾਉਣਾ ਹੈ। ਜਿਨ੍ਹਾਂ ਦੀ ਬਾਣੀ ਦੇਵੀ ਦੇਵਤੇ ਵੀ ਗਾਉਂਦੇ, ਸੁਰ ਨਰ ਤਿਨ ਕੀ ਬਾਣੀ ਗਾਵੇ, ਕੋਈ ਨਾ ਮਿਟੈ ਭਾਈ। ਹਰ ਹਰ ਨਿਤ ਕਰੇ ਰਸਨਾ। ਜਿਹੜੇ ਅਧੂਰੇ ਗੁਰੂ ਨੇ ਉਹ ਲੋਕਾਂ ਨੂੰ ਦਿਖਾਵੇ ਵਾਸਤੇ ਐਵੇਂ ਕਥਨੀ ਮਾਤਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਦਾ ਨਿਤਾ ਪ੍ਰਤੀ ਰਸਨਾ ਜ਼ਬਾਨ ਨਾਲ ਉਚਾਰਨ ਕਰਦੇ ਹਨ। ਲੋਕਾਂ ਨੂੰ ਭੁਲੇਖਾ ਪੈ ਜਾਂਦਾ, ਆਖੇ ਜੀ ਬਾਬਾ ਜੀ ਤਾਂ ਬਾਣੀ ਦੀ ਪੋਥੀ ਤੋਂ ਹੀ ਕਥਾ ਕਰਦੇ ਨੇ, ਸਾਖੀ ਤਾਂ ਕਬੀਰ ਜੀ ਦੀ ਸੁਣਾਉਂਦੇ ਨੇ, ਕੋਈ ਬੁਰੀ ਬਾਤ ਤਾਂ ਨਹੀਂ ਕਹਿੰਦੇ। ਪਰ ਸਾਧ ਸੰਗਤ ਜੀ ਉਹਨਾਂ ਦਾ ਨਾਮ ਕਹਿਣਾ, ਬਾਣੀ ਦੀ ਕਥਾ ਕਰਨੀ ਆਪ ਦੀ ਪੂਜਾ ਵਾਸਤੇ ਹੈ। ਕਹਿਆ ਕਛੂ ਨਾ ਜਾਣੀ। ਆਪਣੀ ਰਸਨਾ ਤੋਂ ਕਿਹਾ ਉਪਦੇਸ਼, ਚੇਲੇ ਚੇਲੀਆਂ ਨੇ ਤਾਂ ਕੀ ਧਾਰਨ ਕਰਨਾ ਸੀ, ਉਹਨਾਂ ਨੇ ਤਾਂ ਆਪ ਵੀ ਕੁਝ ਧਾਰਨ ਕਰਨਾ ਨਹੀਂ ਜਾਣਿਆ। ਸ਼ਰਾਬ ਤੋਂ ਤਾਂ ਰੋਕਦੇ ਨੇ ਵੀ ਸ਼ਰਾਬ ਨਹੀਂ ਪੀਣੀ, ਪਰ ਬੀੜੀਆਂ ਤੰਬਾਕੂ ਥੋੜ੍ਹੋ ਰੋਕਦੇ ਨੇ। ਕੋਨੇ ਮੋਨੇ ਸਾਰੇ ਹੀ ਸਿੱਖ ਬਣਾਈ ਜਾਂਦੇ। ਜੇ ਅੱਜ ਦੀ ਡੇਟ 'ਚ ਉਹ ਕਹਿ ਦੇਣ ਵੀ ਕੇਸ ਰੱਖੋ ਅਤੇ ਤੰਬਾਕੂ ਅਤੇ ਬੀੜੀ ਤਿਆਗੋ, ਅਤੇ ਵੇਖਿਓ 100 ਦੇ ਵਿੱਚੋਂ ਕੇਵਲ 1% ਉਹਨਾਂ ਦੇ ਸਿੱਖ ਰਹਿ ਜਾਣਗੇ, ਬਾਕੀ ਸਭ ਝੜ ਜਾਣਗੇ। ਕਿਉਂਕਿ ਸਭ ਦੁਨੀਆ ਘੋਣ ਹੋਈ ਫਿਰਦੀ ਹੈ, ਸਭ ਤੰਬਾਕੂ ਬੀੜੀਆਂ ਵਰਤਦੇ ਨੇ। ਕੱਲ੍ਹ ਗੇਟ 'ਤੇ ਪਹਿਰਾ ਲਾਇਆ ਸੀ ਪ੍ਰਧਾਨ ਜੀ ਨੇ, 3-4 ਪਹਿਰੇਦਾਰ ਖੜ੍ਹੇ, ਇੰਨੇ ਲੋਕ ਨਿਕੰਮੇ। ਮੈਂ ਕਿਹਾ ਕੀ ਹੋਇਆ? ਕਹਿੰਦੇ ਮੁੰਡੇ ਅਗੇ ਤੰਬਾਕੂ ਦੀਆਂ ਪੁੜੀਆਂ ਪਾ ਕੇ ਆ ਜਾਂਦੇ, ਲੰਗਰ ਦੇ ਵਿੱਚ ਬੇਦਬੀ ਹੁੰਦੀ ਆ। ਇੱਕ ਦੀ ਇੱਥੇ ਫੜੀ ਗਈ ਬੈਠਿਆਂ ਦੀ, ਉਹ ਜੇਬ 'ਚੋਂ ਨਿਕਲ ਗਈ, ਪਤਾ ਲੱਗ ਗਿਆ ਵੀ ਇਹਦੀ ਸਾਰਿਆਂ ਦੀਆਂ ਤਲਾਸ਼ੀਆਂ ਹੋ ਰਹੀਆਂ ਸਨ। ਕਿੱਡੀ ਵੱਡੀ ਮੂਰਖਤਾ ਹੈ। ਫੋਨ ਕੰਨ ਨੂੰ ਲਾਇਆ ਹੋਇਆ, ਜਿਸ ਤਰ੍ਹਾਂ ਬੰਦਾ ਹੋਟਲ ਅਤੇ ਰੈਸਟੋਰੈਂਟ 'ਤੇ ਰੋਟੀ ਖਾਣ ਜਾਂਦਾ, ਬੰਦਾ ਮੱਥਾ ਤਾਂ ਟੇਕੇ ਮੂੰਹ ਹੱਥ ਧੋ ਕੇ, ਬਾਰ ਦੀ ਆਉਣਾ ਲੰਗਰ ਦੀ ਖਾ ਕੇ ਅਤੇ ਨਿਕਲ ਜਾਣਾ। ਫਿਰ ਕਹਿੰਦੇ ਪ੍ਰਬੰਧਕ ਤਾਂ ਨਹੀਂ ਮਾੜੇ ਭਾਈ, ਇਹ ਜੋ ਗੁਰੂ ਕਾ ਲੰਗਰ ਹੁੰਦਾ ਹੈ ਤਾਂ ਸਰਬ ਸਾਂਝਾ ਮਹਾਰਾਜ ਨੇ, ਪਰ ਇਹ ਸੰਗਤਾਂ ਵਾਸਤੇ ਹੈ, ਸੇਵਾਦਾਰਾਂ ਵਾਸਤੇ ਹੈ। ਤੋ ਜਿਨ੍ਹਾਂ ਦਾ ਮੂੰਹ ਬੀੜੀ ਤੰਬਾਕੂ ਨਾਲ ਲਿਬੜਿਆ ਹੋਇਆ, ਚੁਲੀ ਵੀ ਨਹੀਂ ਕੀਤੀ, ਉਹਨਾਂ ਨੂੰ ਕੀ ਆਖੇ ਗੁਰੂ ਕਾ ਲੰਗਰ? ਉਹ ਤਾਂ ਬੇਦਬੀ ਹੁੰਦੀ ਹੈ ਭਾਈ। ਰਾਤ ਨੂੰ ਸ਼ਰਾਬ ਪੀ ਕੇ ਸੁੱਤੇ, ਮੀਟ ਮੁਰਗਾ ਦੇ ਸਵੇਰੇ ਉੱਠ ਕੇ ਚਾਹ ਪੀਣੀ, ਆਖਣਾ ਜੀ ਗੁਰੂ ਕੇ ਲੰਗਰ ਤੋਂ ਰੋਕ ਦੇ। ਇਹ ਤਾਂ ਫਿਰ ਮਹਾਰਾਜ ਦੇ ਲੰਗਰ ਦੀ ਬੇਦਬੀ ਹੈ। ਗੁਰੂ ਸਾਹਿਬ ਨੂੰ ਭੋਗ ਲੱਗਾ ਹੁੰਦਾ, ਸਾਨੂੰ ਆਪ ਸਿਆਣਪ ਚਾਹੀਦੀ ਹੈ। ਜੇ ਕੋਈ ਐਰੀ ਗੈਰੀ ਵਸਤੂ ਵੀ ਹੈ ਉਹਨੂੰ ਬਾਹਰ ਸੁੱਟ ਕੇ ਆਓ, ਮੂੰਹ ਹੱਥ ਧੋਵੋ, ਮਹਾਰਾਜ ਨੂੰ ਮੱਥਾ ਟੇਕੋ, ਕੁਝ ਪਾਠ ਪੂਜਾ, ਕੋਈ 2-4 ਇੱਟਾਂ ਢੋਵੋ, ਕੋਈ ਸੇਵਾ ਕਰੋ। ਇੰਨੀ ਸੇਵਾ ਚੱਲ ਰਹੀ ਹੈ ਤਾਂ ਅਸੀਂ ਮਹਾਰਾਜ ਦਾ ਲੰਗਰ ਛਕਣ ਦਾ ਅਧਿਕਾਰ ਰੱਖਦੇ ਹਾਂ। ਤੋ ਥੋੜ੍ਹਾ ਬਹੁਤਾ ਪ੍ਰੇਮ ਤਾਂ ਹੋਣਾ ਚਾਹੀਦਾ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਹਨ ਕਿ ਭਾਈ ਜਿਹੜੇ ਲੋਕ ਆਪਣਾ ਕਹਿਆ ਕਮਾਉਂਦੇ ਨਹੀਂ, ਦੂਜਿਆਂ 'ਤੇ ਉਹਨਾਂ ਦਾ ਕੀ ਅਸਰ ਹੋਣਾ ਹੈ। ਮਤਲਬ ਗੁਰੂ ਘਰ ਦੇ ਵਿੱਚ ਇੱਕ ਤਾਂ ਕੇਸ ਰਖਾਏ ਜਾਂਦੇ, ਇੱਕ ਅਮਰ ਛਕਾਇਆ ਜਾਂਦਾ, ਇੱਕ ਤੰਬਾਕੂ ਬੀੜੀਆਂ ਤੋਂ ਸੋ ਰਹਿਤ ਕਰਵਾਇਆ ਜਾਂਦਾ, ਰਹਿਤ ਮਰਿਆਦਾ ਦੱਸੀ ਜਾਂਦੀ, ਤਾਂ ਬਹੁ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਉਹ ਹਾਜ਼ਰੀ ਨਹੀਂ ਭਰਦੀਆਂ, ਇੱਥੇ ਆ ਕੇ ਅੰਮ੍ਰਿਤ ਨਹੀਂ ਛਕ ਸਕਦੀਆਂ ਅਤੇ ਗੁਰੂ ਘਰ ਤੋਂ ਬਾਹਰ ਤੁਰੀਆਂ ਫਿਰਦੀਆਂ, ਕਿਉਂਕਿ ਮਰਿਆਦਾ 'ਚ ਰਹਿਣਾ ਬੜਾ ਔਖਾ ਹੈ। ਉਹ ਲੋਕ ਕਿਸੇ ਗੱਲ ਤੋਂ ਰੋਕਦੇ ਨਹੀਂ, ਜੁੱਤੀ ਤੋਂ ਵੀ ਨਹੀਂ ਰੋਕਦੇ, ਜੁੱਤੀਆਂ ਵੀ ਲੋਕ ਨਾਲ ਹੀ ਲਈ ਫਿਰਦੇ ਹਨ। ਕੋਈ ਮਰਿਆਦਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤੋ ਇਸ ਤਰ੍ਹਾਂ ਬਹੁ ਗਿਣਤੀ ਉਹਨਾਂ ਦੇ ਪਿੱਛੇ ਹੈ। ਗਿਣਤੀ ਵੇਖ ਕੇ ਆਪਾਂ ਵੀ ਉਹਨਾਂ ਦੇ ਮਗਰ ਭੁਲੇਖਾ ਖਾ ਜਾਂਦੇ ਹਾਂ। ਮਹਾਰਾਜ ਕਹਿੰਦੇ ਉਹਨਾਂ ਤੋਂ ਬਚ ਕੇ ਰਹੋ ਭਾਈ। ਚਿੱਤ ਜਿਨ ਕਾ ਹਿਰ ਲਿਆ ਮਾਇਆ। ਜਿਨ੍ਹਾਂ ਦਾ ਚਿੱਤ ਮਾਇਆ ਨੇ ਚੁਰਾ ਲਿਆ ਹੈ। ਬੋਲਣ ਪਏ ਰਵਾਣੀ। ਮਤਲਬ ਉਹ ਜ਼ਬਾਨੀ ਉੱਪਰੋਂ ਹੀ ਬੋਲਦੇ ਨੇ, ਦਿਲੋਂ ਨਹੀਂ ਸਮਝਦੇ।
ਉਹਨਾਂ ਨੂੰ ਉੱਪਰੋਂ ਦਿਖਾਵੇ ਮਾਤਰ ਬੋਲਣ ਦੀ ਆਦਤ ਪੈ ਗਈ ਹੈ। ਜਿਵੇਂ ਹਵਾ ਦੇ ਬੁੱਲਿਆਂ ਨਾਲ ਪੱਤੇ ਖੜਕਦੇ ਹੁੰਦੇ, ਇਹ ਉਹਨਾਂ ਨੂੰ ਵਿਅਰਥ ਬਚਨਾਂ ਦੇ ਬੋਲਣ ਦੀ ਆਦਤ ਪੈ ਗਈ ਹੈ। ਕਹੈ ਨਾਨਕ ਸਤਿਗੁਰੂ ਬਾਝੋ। ਸਤਿਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਸੱਚੇ ਗੁਰੂ ਦੀ ਨਾਮ ਅੰਮ੍ਰਿਤ ਰੂਪ ਬਾਣੀ ਤੋਂ ਬਿਨਾਂ ਹੋਰ ਕੱਚੀ ਬਾਣੀ। ਹੋਰ ਕਵਿਤਾ ਰੂਪ ਰਚੀ ਬਾਣੀ ਕਚਿਆਈ ਵਾਲੀ ਹੈ। ਮਤਲਬ ਇਸ ਪੌੜੀ ਵਿੱਚ ਸਤਿਗੁਰੂ ਜੀ ਨੇ ਸੱਚੇ ਗੁਰਾਂ ਤੋਂ ਬਗੈਰ ਹੋਰ ਬਾਣੀ ਨੂੰ ਕੱਚੀ ਇਸ ਕਰਕੇ ਕਿਹਾ। ਇਸ ਦਾ ਕਾਰਨ ਇਹ ਹੈ ਕਿ ਸਤਿਗੁਰੂ ਉਹ ਦਾਤਾ ਹੈ ਜੋ ਆਤਮਿਕ ਜੀਵਨ ਵਿੱਚ ਜਿਉਂਦਾ ਹੈ, ਇਸ ਲਈ ਉਹ ਪੂਰਾ ਤੇ ਸੱਚਾ ਹੈ। ਪੂਰਾ ਤੇ ਸੱਚਾ ਹੋਣ ਕਰਕੇ ਪੱਕਾ ਹੈ। ਉਹਦੀ ਉਚਾਰਨ ਕੀਤੀ ਬਾਣੀ ਵੀ ਸੱਚੀ ਤੇ ਪੱਕੀ ਹੈ। ਹੋਰਨਾਂ ਦੀ ਬਾਣੀ ਇਸ ਕਰਕੇ ਕੱਚੀ ਹੈ ਕਿਉਂਕਿ ਰਚਨਹਾਰੇ ਆਪ ਕੱਚੇ ਨੇ। ਕਿਸੇ ਗੁਰੂ ਗੋਬਿੰਦ ਸਿੰਘ ਵਾਂਗ ਸਾਹਿਬਜ਼ਾਦੇ ਸ਼ਹੀਦ ਕਰਾਏ ਨੇ? ਕਿਸੇ ਵੀ ਗੁਰੂ ਦਾ ਨਾਮ ਦੱਸ ਦਿਓ ਜਿਹਨੇ ਆਪਦੇ ਬੱਚੇ ਸ਼ਹੀਦ ਕਰਾਏ ਹੋਣ। ਕੋਈ ਤੱਤੀ ਤਵੀ ਤੇ ਬੈਠਾ ਹੈ? ਦੱਸ ਦਿਓ। ਕਿਸੇ ਨੇ ਸੀਸ ਦਿੱਤਾ ਹੈ ਧਰਮ ਦੀ ਰੱਖਿਆ ਲਈ? ਆ ਕਿੰਨੇ ਵੇਖੋ ਕਿਸਾਨ ਤਰਲੇ ਮਾਰਨੇ, ਕੋਈ ਗੁਰੂ ਹੋਵੇ ਸਾਡਾ ਤੇ ਉੱਥੇ ਜਾ ਕੇ ਉਹਦੀ ਧੌਣ ਤੇ ਗੋਡਾ ਨਾ ਰੱਖੇ ਵੀ ਤੂੰ ਇਹਨਾਂ ਨੂੰ ਤੰਗ ਕਿਉਂ ਕਰ ਰਿਹਾ। ਕੋਈ ਬੋਲਦਾ ਦੱਸੋ ਮੈਨੂੰ? ਕੋਈ ਗੁਰੂ ਹੀ ਨਹੀਂ ਹੈ ਸਿੱਖਾਂ ਦਾ। ਤਾਂ ਇਸ ਵਾਸਤੇ ਬਿਲਕੁਲ ਝੂਠ ਹੈ ਜਿਹੜੇ ਕਹਿੰਦੇ ਵੀ ਆਪਾਂ ਗੁਰੂ ਹਾਂ ਜੀ। ਉਹਨਾਂ ਦੀ ਕਚਿਆਈ ਇਹ ਹੈ ਕਿ ਮੂੰਹ ਨਾਲ ਤਾਂ ਰੱਬ ਦਾ ਨਾਂ ਲੈਂਦੇ, ਉਹਨਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਅਸੀਂ ਕਹਿ ਕੀ ਰਹੇ ਹਾਂ। ਉਹਨਾਂ ਦਾ ਚਿੱਤ ਤਾਂ ਪੈਸੇ ਵਿੱਚ ਹੈ, ਮਾਇਆ ਦੀ ਠੱਗੀ 'ਚ ਹੈ। ਜੋ ਮੂੰਹ ਨਾਲ ਜਾਪ ਕਰਦੇ ਉਹ ਜ਼ਬਾਨੀ ਦਿਲੋਂ ਨਹੀਂ ਹੁੰਦੀ। ਇਸ ਕਰਕੇ ਲੋਕ ਅੰਦਰੋਂ ਵਿਕਾਰਾਂ 'ਚ ਖਚਤ ਨੇ, ਮੂੰਹੋਂ ਹੋਰ ਪਾਸੇ ਲੱਗੇ। ਕੱਚੇ ਪੁਰਖ ਜੋ ਕੁਝ ਵੀ ਕਵਿਤਾ ਰੂਪ ਰਚਣਗੇ ਉਹ ਕੱਚਾ ਹੀ ਹੁੰਦਾ। ਅਤੇ ਕੱਚਿਆਂ ਦੀ ਕਵਿਤਾ ਰੂਪ ਰਚੀ ਬਾਣੀ ਜੋ ਪੜ੍ਹੇਗਾ ਸੋ ਪੜ੍ਹਨ ਦੇ ਸੁਣਨ ਵਾਲੇ ਦੋਵੇਂ ਕੱਚੇ ਹੋਣਗੇ। ਕਿਉਂਕਿ ਜਿਹਨੇ ਰਚੀ ਉਹ ਆਤਮਿਕ ਜੀਵਨ ਵੱਲੋਂ ਮੁਰਦਾ ਸੀਗਾ। ਆਤਮਿਕ ਜੀਵਨ ਦੀ ਮ੍ਰਿਤਕ ਦਸ਼ਾ ਨਾਲ ਭਰੇ ਹਿਰਦੇ 'ਚੋਂ ਆਤਮਿਕ ਜੀਵਨ ਪੈਦਾ ਕਰਨ ਵਾਲੀ ਰਚਨਾ ਨਹੀਂ ਨਿਕਲ ਸਕਦੀ। ਸੋ ਉਸ ਨੂੰ ਪੜ੍ਹਨ ਸੁਣਨਗੇ ਉਹ ਵੀ ਉਸੇ ਤਰ੍ਹਾਂ ਦੇ ਹੀ ਹੋਣਗੇ। ਕਿਉਂਕਿ ਜੀਵਨ ਤੋਂ ਜੀਵਨ ਪੈਦਾ ਹੁੰਦਾ, ਮੁਰਦੇ ਨਾਲ ਬੰਦਾ ਉਸ ਤਰ੍ਹਾਂ ਦਾ ਹੀ ਅਪਵਿੱਤਰ ਹੋ ਜਾਂਦਾ। ਜ਼ਿੰਦਗੀ ਤੋਂ ਜ਼ਿੰਦਗੀ ਮਿਲਦੀ ਹੈ, ਮੁਰਦਾਪਣ ਤੋਂ ਜੀਵਨ ਕਦੀ ਪੈਦਾ ਨਹੀਂ ਹੋ ਸਕਦਾ। ਇਹ ਗੁਰੂ ਮਹਾਰਾਜ ਦੇ ਕਹਿਣ ਦਾ ਭਾਵ ਹੈ। ਭੁੱਲਾਂ ਚੁੱਕਾ ਖਿਮਾ ਕਰੋ ਜੀ। ਅੱਗੇ ਤੋਂ ਸਮਤ ਬਖਸ਼ੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਤਾਂ ਕਿ ਸਾਡਾ ਭਲਾ ਹੋ ਸਕੇ ਜੀ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬਾਝੋ, ਹੋਰ ਕੱਚੀ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਓ। ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਨੀ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮਨ ਮੇਰੇ ਦੁਖ ਸਭੇ ਸਾਰਨਾ, ਅੰਗੀਕਾਰੋ ਕਰੇ ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਧ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰ ਵੈਂਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਨੋ ਸੰਤੋ ਸਭ ਧਰੋ ਬਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਜ ਦੂਤ ਦਵਸ ਗੀਤੇ ਕਾਲ, ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ
ਤੈ ਸੁਖ ਹੋਆ ਤਿਤ ਘਰ ਅਨਹਦ ਵਾਜੀ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਅੰਤਰੇ ਸੋਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਤੋਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜ ਕੀਤੀ ਛੁਟੀ ਨਾ ਠਾਕੁਰ ਤੁਮ ਮੈਂ ਅਰਦਾਸ ਜੀਉ ਪਿੰਡ ਸਭ ਤੇਰੀ ਤੁਮ ਆਦ ਵਿਦਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ ਕੋਏ ਨ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋ